बेहिम्मती ने बेहिम्मती ने जो शिकवा करन मुकद्दरां दा उगन वाले उग पैंदे ने पाड़ के सीना पत्थरां दा। सत श्री अकाल जी सारिਆਂ ਨੂੰ। मैं ਹਾਂ अनमोल बजाज ਤੇ मैं ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ ਕ੍ਰੀਏਟਰ ਅਕੈਡਮੀ ਆਫ ਮੈਥਮੈਟਿਕਸ। ਠੀਕ ਹੈ ਜੀ, ਇਸ ਤੋਂ ਪਿੱਛੇ ਜੋ ਹੁਣ ਤੱਕ ਆਪਾਂ ਵੀਡੀਓਜ਼ ਤੁਸੀਂ ਮੇਰੀਆਂ ਵੇਖ ਚੁੱਕੇ ਹੋ ਉਹ ਆਪਾਂ 1A ਤੇ 1B ਕੰਪਲੀਟ ਕਰ ਚੁੱਕੇ ਹਾਂ ਜੀ। ਠੀਕ ਹੈ ਜੀ, ਅੱਜ ਅਸੀਂ 1C ਤੇ ਨਾਲ ਮੱਥਾ ਮਾਰਾਂਗੇ। ਠੀਕ ਹੈ, 1C ਤੋਂ ਆਪਾਂ ਹੁਣ ਅੱਗੇ ਕਾਫੀ ਕੁਝ ਸਿੱਖਣਾ ਹੈ ਇਹਦੇ ਵਿੱਚ ਜੋ ਪੇਪਰ 'ਚ ਆਉਣ ਵਾਲਾ ਕੰਮ ਹੈਗਾ ਜੀ ਜ਼ਿਆਦਾਤਰ। ਠੀਕ ਹੈ ਜੀ, ਤਾਂ ਲੈ ਕੇ ਰੱਬ ਦਾ ਨਾਂ ਤੁਰਿਆ ਹੀ ਬਸ ਜਾ, ਹਨਾ, ਥੱਕਣਾ ਟੁੱਟਣਾ ਨਹੀਂ, ਮਨ ਨੂੰ ਇਹ ਸਮਝਾ। ਤਾਂ 1C ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਡੈਫੀਨੇਸ਼ਨ ਪੜਨ ਜਾ ਰਹੇ ਹੋ, ਬੜੇ ਧਿਆਨ ਨਾਲ ਤੁਸੀਂ ਸਮਝਣੀ ਹੈ। ਆਰਡਰ ਆਫ ਐਨ ਐਲੀਮੈਂਟ ਆਫ ਅ ਗਰੁੱਪ ਦੇ ਕਿਸੇ ਐਲੀਮੈਂਟ ਦਾ ਆਰਡਰ ਕਿਵੇਂ ਕਿਹਨੂੰ ਕਹਿੰਦੇ ਨੇ, ਕੱਢਣਾ ਕਿਵੇਂ ਹੈ, ਇਹ ਸਾਰਾ ਕੁਝ ਆਪਾਂ ਅੱਗੇ ਇਸ ਵੀਡੀਓ ਦੇ ਵਿੱਚ ਵੇਖਾਂਗੇ ਜੀ। ਸਭ ਤੋਂ ਪਹਿਲਾਂ ਡੈਫੀਨੇਸ਼ਨ ਵੱਲ ਨਜ਼ਰ ਮਾਰੀਏ। ਕੀ ਕਹਿੰਦੀ ਹੈ ਜੀ, ਲੈਟ G ਬੀ ਅ ਗਰੁੱਪ, ਇੱਕ ਗਰੁੱਪ ਲਵੋ, ਇੱਕ ਉਸ ਦਾ ਐਲੀਮੈਂਟ A ਲੈਣਾ ਹੈ ਜੀ। ਅਗਰ ਇਹੋ ਜਿਹਾ ਐਗਜ਼ਿਸਟ ਕਰੇ, ਦੇਖੋ ਇੱਥੇ ਵਰਡ ਯੂਜ਼ ਹੋਇਆ ਹੈ ਐਗਜ਼ਿਸਟ, ਮਤਲਬ ਹੋ ਸਕਦਾ ਐਗਜ਼ਿਸਟ ਨਾ ਵੀ ਕਰੇ, ਹੋ ਸਕਦਾ ਐਗਜ਼ਿਸਟ ਕਰ ਜਾਵੇ, ਪਰ ਅਗਰ ਕਰਦਾ ਹੋਵੇ ਤਾਂ ਉਹਦੇ ਚ ਦੋ ਖਾਸੀਅਤ ਹੋਣ। ਨੰਬਰ 1, ਲੀਸਟ ਪੋਜ਼ਿਟਿਵ ਹੋਵੇ ਇੰਟੀਜ਼ਰ n, ਲੀਸਟ ਪੋਜ਼ਿਟਿਵ ਇੰਟੀਜ਼ਰ n such that ਉਹਨੂੰ a ਦੀ ਪਾਵਰ n ਕਰਨ ਤੇ ਆਨਸਰ ਆਇਡੈਂਟੀ ਆ ਜਾਵੇ। ਠੀਕ ਹੈ, ਤਾਂ ਉਸੇ n ਨੂੰ ਹੀ ਆਪਾਂ ਕੀ ਕਵਾਂਗੇ, ਆਰਡਰ ਆਫ ਐਲੀਮੈਂਟ A and it is denoted by, ਠੀਕ ਹੈ, ਉਹ ਪਾ ਕੇ ਬ੍ਰੈਕਟ ਦੇ ਵਿੱਚ A, ਜਾਂ A ਦੇ ਆਸੇ ਪਾਸੇ ਦੋ ਲਾਈਨਾਂ ਵੀ ਮਾਰ ਸਕਦੇ ਆ। ਠੀਕ ਹੈ, ਦੇਖੋ ਮੈਂ ਦੁਬਾਰਾ ਦੱਸ ਦੇਣਾ। ਸਭ ਤੋਂ ਪਹਿਲਾਂ ਆਰਡਰ ਦੀ ਗੱਲ ਚੱਲਦੀ ਪਈ ਹੈ। ਠੀਕ ਹੈ, ਆਰਡਰ ਹੋ ਸਕਦਾ ਹੈ ਐਗਜ਼ਿਸਟ ਕਰੇ, ਹੋ ਸਕਦਾ ਹੈ ਐਗਜ਼ਿਸਟ ਨਾ ਕਰੇ। ਠੀਕ ਹੈ, ਪਰ ਅਗਰ ਐਗਜ਼ਿਸਟ ਕਰਦਾ ਹੈ ਤਾਂ ਆਰਡਰ ਕਿਹਨੂੰ ਕਵਾਂਗੇ, ਨੰਬਰ 1, ਉਹ ਜਿਹੜਾ n ਹੈਗਾ ਉਹ ਹੋਣਾ ਚਾਹੀਦਾ ਲੀਸਟ ਪੋਜ਼ਿਟਿਵ ਇੰਟੀਜ਼ਰ। ਨੰਬਰ 2, ਠੀਕ ਹੈ, ਨੰਬਰ 2 ਕੀ ਹੋਣਾ ਚਾਹੀਦਾ, ਇਹ ਜਿੰਦਾ ਵੀ ਆਰਡਰ ਹੈਗਾ, A ਦਾ ਆਰਡਰ ਹੈਗਾ ਤਾਂ A ਦੀ ਪਾਵਰ n ਕਰਨ ਤੇ ਆਇਡੈਂਟੀ ਆਨਸਰ ਆਣਾ ਚਾਹੀਦਾ ਹੈ, ਜੋ ਵੀ ਗਰੁੱਪ ਦੀ ਆਇਡੈਂਟੀ ਹੈਗੀ ਹੈ ਜੀ। ਆ ਦੋ ਗੱਲਾਂ ਦਾ ਧਿਆਨ ਰੱਖਣਾ, ਲੀਸਟ ਪੋਜ਼ਿਟਿਵ ਇੰਟੀਜ਼ਰ ਹੋਵੇ ਤੇ ਅਗਰ A ਦੀ ਪਾਵਰ ਕਰਨ ਤੇ n ਕਰਨ ਤੇ ਆਇਡੈਂਟੀ ਦੇ ਰਿਹਾ ਤਾਂ ਆਪਾਂ ਕਵਾਂਗੇ, ਆਪਾਂ ਇਹਨਾਂ ਦੋਨਾਂ ਗੱਲਾਂ ਨੂੰ ਮਿਲਾ ਕੇ ਕਹਿ ਦਵਾਂਗੇ ਵੀ A ਦਾ ਆਰਡਰ ਕਿੰਨਾ ਹੈਗਾ ਜੀ, n, A ਦਾ ਆਰਡਰ ਕਿੰਨਾ ਹੈਗਾ ਜੀ, n। ਠੀਕ ਹੈ ਜੀ, ਮੈਂ ਉਹੀ ਕਹਿ ਰਿਹਾ ਵੀ ਦੋ ਗੱਲਾਂ ਨੇ ਇੱਥੇ ਡੈਫੀਨੇਸ਼ਨ ਦੇ ਵਿੱਚ ਵਰਡ ਯੂਜ਼ ਹੋਇਆ ਐਗਜ਼ਿਸਟ ਹੋ ਸਕਦਾ ਐਗਜ਼ਿਸਟ ਨਾ ਵੀ ਕਰੇ, ਤਾਂ ਉਸ ਦੇ ਰਿਗਾਰਡਿੰਗ ਤੁਸੀਂ ਆ ਨੋਟ ਪੜ੍ਹ ਲਓ ਜੀ। ਅਗਰ ਇਹੋ ਜਿਹਾ n ਐਗਜ਼ਿਸਟ ਨਹੀਂ ਕਰ ਰਿਹਾ ਤਾਂ ਆਪਾਂ ਕਵਾਂਗੇ A ਇਨਫਾਈਨਾਈਟ ਆਰਡਰ ਦਾ ਹੈ, ਜਾਂ ਫਿਰ ਅਸੀਂ ਕਹਿ ਦਾਂਗੇ ਜੀ ਆਰਡਰ ਆਫ A ਡਸ ਨੋਟ ਐਗਜ਼ਿਸਟ। ਠੀਕ ਹੈ, ਦੋਨਾਂ ਚ ਕੋਈ ਵੀ ਗੱਲ ਤੁਸੀਂ ਕਹਿ ਸਕਦੇ ਹੋ। ਬਾਕੀ ਤੁਹਾਨੂੰ ਜ਼ਿਆਦਾ ਕਲੈਰਿਟੀ ਹੋਏਗੀ ਆਪਾਂ ਜਦੋਂ ਇਹਦੇ ਤੇ ਐਗਜ਼ਾਮਪਲਸ ਕਰਾਂਗੇ। ਠੀਕ ਹੈ, ਐਗਜ਼ਾਮਪਲਸ ਨੂੰ ਵੇਖ ਕੇ ਤੁਹਾਨੂੰ ਜ਼ਿਆਦਾ ਕਲੈਰਿਟੀ ਹੋਏਗੀ। ਐਗਜ਼ਾਮਪਲ ਕਰਨ ਤੋਂ ਪਹਿਲਾਂ ਕੁਝ 4-5 ਨੋਟ ਹੈਗੇ ਜੀ। ਪਹਿਲਾ ਨੋਟ, ਆਇਡੈਂਟੀ ਦਾ ਆਰਡਰ ਹਮੇਸ਼ਾ 1। ਠੀਕ ਹੈ ਜੀ, ਆਹ ਤੁਸੀਂ ਗੱਲਾਂ ਪੱਲੇ ਬੰਨ ਲਓ। ਠੀਕ ਹੈ, ਇਹ ਤੁਸੀਂ ਗੱਲਾਂ ਪੱਲੇ ਬੰਨ ਲੈਣੀਆਂ ਜੀ। ਆਇਡੈਂਟੀ ਦਾ ਆਰਡਰ 1 ਹੁੰਦਾ। ਕਿਉਂ ਹੁੰਦਾ, ਦੇਖੋ ਡੈਫੀਨੇਸ਼ਨ ਕੀ ਕਹਿੰਦੀ ਹੈ ਬਈ A ਦੀ ਪਾਵਰ n ਕਰਨ ਤੇ ਆਇਡੈਂਟੀ ਆ ਜਾਵੇ, ਤੇ ਇਹ ਵਾਲਾ ਜਿਹੜਾ n ਹੈਗਾ ਨਾ, ਇਹ ਘੱਟ ਤੋਂ ਘੱਟ ਹੋਵੇ, ਪਰ ਲੈਣਾ ਪੋਜ਼ਿਟਿਵ ਹੈ, ਪਰ ਲੈਣਾ ਇੰਟੀਜ਼ਰ ਹੈ। ਤੇ ਤੁਸੀਂ ਆਪ ਹੀ ਸੋਚੋ, ਆਇਡੈਂਟੀ ਦੀ ਮੈਂ ਘੱਟ ਤੋਂ ਘੱਟ ਕਿੰਨੀ ਪਾਵਰ ਰੱਖਾਂ, ਆਇਡੈਂਟੀ ਦੀ ਮੈਂ ਘੱਟ ਤੋਂ ਘੱਟ ਕਿੰਨੀ ਪੋਜ਼ਿਟਿਵ ਪਾਵਰ ਰੱਖਾਂ ਵੀ ਆਇਡੈਂਟੀ ਆ ਜਾਏ ਆਨਸਰ। ਤੁਹਾਡਾ ਆਨਸਰ ਕੀ ਹੋਏਗਾ, 1। ਤੁਹਾਡਾ ਆਨਸਰ ਕੀ ਹੋਏਗਾ, 1।
ਤਾਂ ਇੱਥੋਂ ਮੈਂ ਕੀ ਕਵਾਂਗਾ, ਆਹ ਵਾਲਾ ਜਿਹੜਾ 1 ਹੈਗਾ ਇਹੀ 1 ਕੀ ਹੈਗਾ, ਆਇਡੈਂਟੀ ਦਾ ਆਰਡਰ। ਇਹੀ 1 ਕੀ ਹੈਗਾ ਜੀ, ਆਇਡੈਂਟੀ ਦਾ ਆਰਡਰ। ਠੀਕ, ਨੰਬਰ 2 ਤੇ ਆ ਤੁਸੀਂ ਦੂਜਾ ਤੇ ਤੀਜਾ ਤੁਸੀਂ ਵੈਸੇ ਹੀ ਯਾਦ ਰੱਖੋ, ਅਗਰ ਕੋਈ ਪੋਜ਼ਿਟਿਵ ਇੰਟੀਜ਼ਰ m a ਦੀ ਪਾਵਰ ਲੱਗਣ ਦੇ ਉਹਨੂੰ ਆਇਡੈਂਟੀ ਬਣਾ ਰਿਹਾ ਤਾਂ ਨੰਬਰ 1 ਤੇ ਆਰਡਰ ਆਫ a ਆਰਡਰ ਆਫ a m ਤੋਂ ਛੋਟਾ ਹੋਵੇਗਾ ਜਾਂ m ਦੇ ਇਕੁਅਲ ਹੋ ਸਕਦਾ। ਨੰਬਰ 2 ਤੇ ਆਰਡਰ ਆਫ a ਐਕਚੁਅਲੀ ਚ m ਨੂੰ ਡਿਵਾਈਡ ਹੀ ਕਰੇਗਾ। ਠੀਕ ਹੈ, m ਨੂੰ ਡਿਵਾਈਡ ਹੀ ਕਰੇਗਾ। ਠੀਕ ਹੈ, ਇਹਦੇ ਤੇ ਮੈਂ ਥੋੜਾ ਤੁਹਾਨੂੰ ਸਮਝਾ ਦਾਂ ਵੀ ਨੰਬਰ 2 ਤੇ ਨੰਬਰ 3 ਕੀ ਕਹਿਣਾ ਚਾਹ ਰਿਹਾ। ਸਪੋਜ਼ a ਦੀ ਪਾਵਰ 10 ਕਰਨ ਤੇ ਆਇਡੈਂਟੀ ਆ ਗਿਆ, a ਦੀ ਪਾਵਰ 10 ਕਰਨ ਤੇ ਆਇਡੈਂਟੀ ਆ ਗਿਆ, ਤਾਂ ਪਹਿਲੀ ਗਾਰੰਟੀ ਕਹਿ ਰਿਹਾ ਵੀ a ਦਾ ਆਰਡਰ ਜਿਹੜਾ ਹੈਗਾ ਨਾ ਉਹ 10 ਜਾਂ 10 ਤੋਂ ਘੱਟ ਹੀ ਹੋਵੇਗਾ। ਤੀਜੇ ਨੰਬਰ ਵਾਲਾ ਕਹਿ ਰਿਹਾ ਵੀ ਅਗਰ a ਦੀ ਪਾਵਰ 10 ਕਰਨ ਤੇ ਆਇਡੈਂਟੀ ਆ ਰਿਹਾ ਤਾਂ a ਦਾ ਆਰਡਰ ਜਿਹੜਾ ਹੈਗਾ ਨਾ ਉਹ 10 ਨੂੰ ਡਿਵਾਈਡ ਕਰੇਗਾ। ਦੇਖੋ ਉਹਨਾਂ ਸਾਰੇ ਕਨਫਿਊਜ਼ ਹੋ ਰਹੇ ਹੋਣਗੇ, ਮੈਂ ਤੁਹਾਨੂੰ ਦੱਸ ਦਿੰਨਾ। ਦੇਖੋ ਜਦੋਂ ਆਪਾਂ ਕਹਿੰਦੇ ਨਾ 5 ਡਿਵਾਈਡਸ 10, ਠੀਕ ਹੈ, ਇਹ ਕੀ ਹੈਗਾ, ਇਹ ਟਰੂ ਹੈ। 5 10 ਨੂੰ ਡਿਵਾਈਡ ਕਰਦਾ, ਬਿਲਕੁਲ ਕਰਦਾ, ਪਰ ਇਹਨੂੰ ਮੈਥਮੈਟਿਕਲੀ ਕਿਵੇਂ ਲਿਖਾਂਗੇ, ਇਹਨੂੰ ਮੈਥਮੈਟਿਕਲੀ ਆਪਾਂ ਲਿਖਾਂਗੇ 5, ਸਿੱਧੀ ਲਾਈਨ ਮਾਰਾਂਗੇ, ਸਿੱਧੀ ਲਾਈਨ, ਟੇਢੀ ਨਹੀਂ ਕਰਨੀ, ਇਦਾਂ 5 ਡਿਵਾਈਡਸ 10, 5 ਡਿਵਾਈਡਸ 10, ਠੀਕ ਹੈ। 4 ਡਿਵਾਈਡਸ 16, 4 ਡਿਵਾਈਡਸ 16, 5 ਡਿਵਾਈਡਸ 25, ਠੀਕ ਹੈ। ਪਰ ਆਪ ਸੋਚੋ ਕਿ 5 32 ਨੂੰ ਡਿਵਾਈਡ ਕਰਦਾ, 5 32 ਨੂੰ ਡਿਵਾਈਡ ਨਹੀਂ ਕਰਦਾ, ਫਿਰ ਐਵੇਂ ਇੱਕ ਇਹਦੇ ਤੇ ਟੇਢੀ ਲਾਈਨ ਮਾਰ ਦਾਂਗੇ। ਇਹਦਾ ਮਤਲਬ ਕੀ ਹੋਏਗਾ, 5 does not divide 32। ਠੀਕ, ਤਾਂ ਤੀਜੇ ਪੁਆਇੰਟ 'ਚ ਇਹ ਸਮਝਾਉਣਾ ਚਾਹ ਰਿਹਾ ਵੀ a ਦਾ ਆਰਡਰ ਜਿਹੜਾ ਹੋਵੇਗਾ ਉਹ 10 ਨੂੰ ਡਿਵਾਈਡ ਕਰੇਗਾ। ਮਤਲਬ a ਦਾ ਆਰਡਰ ਕੀ ਕੀ ਹੋ ਸਕਦਾ ਹੈ, 10 ਨੂੰ ਕੌਣ ਕੌਣ ਡਿਵਾਈਡ ਕਰਦਾ, 1 ਹੋ ਸਕਦਾ, 5 ਹੋ ਸਕਦਾ, 10 ਦੇ ਹੋਰ ਕਿਹੜੇ ਡਿਵਾਈਜ਼ਰ ਹੁੰਦੇ ਨੇ, 2 ਹੋ ਸਕਦਾ ਤੇ 10 ਹੋ ਸਕਦਾ। ਠੀਕ ਹੈ, ਅੱਛਾ ਨੰਬਰ 4 ਤੇ ਇਹ ਯਾਦ ਹੀ ਰੱਖਣਾ, ਵੈਸੇ ਕਿਸੇ ਵੀ ਐਲੀਮੈਂਟ ਫॉर ऑल a belongs to G ਗਰੁੱਪ ਦੇ ਕਿਸੇ ਵੀ ਐਲੀਮੈਂਟ ਦੀ ਪਾਵਰ 0 ਕਰਨ ਤੇ ਆਇਡੈਂਟੀ ਹੀ ਲਿਖ ਦੇਣਾ। ਠੀਕ ਹੈ ਜੀ, 0 ਕਰਨ ਤੇ ਆਇਡੈਂਟੀ ਲਿਖ ਦੇਣਾ। ਇੱਕ ਆ ਬੱਚੇ ਬਹੁਤ ਕਨਫਿਊਜ਼ ਹੋਣਗੇ ਵੀ 5 ਡਿਵਾਈਡਸ 10 ਨੂੰ ਇਦਾਂ ਕਿਉਂ ਲਿਖਿਆ ਜਾ ਰਿਹਾ ਹੈ। ਬਈ ਤੁਹਾਨੂੰ ਇਹ ਯਾਦ ਰੱਖਣਾ ਪੈਣਾ। ਠੀਕ ਹੈ, ਮੈਨੂੰ ਨਹੀਂ ਪਤਾ ਤੁਸੀਂ ਪਹਿਲਾਂ ਕਿੱਦਾਂ ਇਸ ਚੀਜ਼ ਨੂੰ ਸਿੱਖਿਆ ਹੋਇਆ ਪੁਰਾਣੀਆਂ ਕਲਾਸਾਂ 'ਚ। ਠੀਕ ਹੈ, ਇਹਨੂੰ ਲਿਖਣ ਦਾ ਇਹੀ ਤਰੀਕਾ ਹੈਗਾ, ਤੁਸੀਂ ਇਸ ਲਾਈਨ ਨੂੰ ਟੇਢੀ ਨਹੀਂ ਕਰ ਸਕਦੇ। ਠੀਕ ਹੈ, ਆਹ ਵਾਲਾ ਲਿਖਣਾ ਗਲਤ ਹੋ ਜਾਏਗਾ, 4 ਇਦਾਂ ਟੇਢੀ ਲਾਈਨ ਮਾਰ ਕੇ 16 ਲਿਖੋਗੇ। ਠੀਕ ਹੈ, ਇਹ ਰੋਂਗ ਹੋ ਜਾਏਗਾ, ਇਹ ਤੁਹਾਡਾ ਪੇਪਰ 'ਚ ਰੋਂਗ ਮੰਨਿਆ ਜਾਵੇਗਾ। ਠੀਕ ਹੈ, ਆ ਸਿੱਧੀ ਲਾਈਨ, ਸਿੱਧੀ ਲਾਈਨ ਇਹ ਹੈਗਾ ਕਰੈਕਟ ਵੇ, ਕਰੈਕਟ। ਠੀਕ, ਪੰਜਵਾਂ ਪੁਆਇੰਟ ਬਈ ਆ ਤਾਂ ਜੀ ਤੁਹਾਡੇ ਲਈ ਕਹਿ ਲੋ ਜਿੰਦ ਜਾਨ ਹੋਣਾ ਚਾਹੀਦਾ। ਪੰਜਵਾਂ ਪੁਆਇੰਟ ਨੂੰ ਜਿੰਦ ਜਾਨ ਸਮਝੋ। ਠੀਕ ਹੈ, ਪੱਲੇ ਬੰਨ ਲਓ ਜੀ ਪੰਜਵੇਂ ਪੁਆਇੰਟ ਨੂੰ। ਅਗਰ a ਦਾ ਆਰਡਰ n ਹੈਗਾ, ਅਗਰ a ਦਾ ਆਰਡਰ ਕੀ ਹੈਗਾ, n ਹੈਗਾ, ਤੇ a ਦੀ ਪਾਵਰ r ਕਰਨ ਤੇ ਆਇਡੈਂਟੀ ਆ ਗਿਆ, ਬਟ ਜਿਹੜਾ r ਹੈਗਾ ਨਾ, r ਇਹ n ਤੋਂ ਘੱਟ ਹੈ। ਠੀਕ ਹੈ, ਪਰ 0 ਤੇ n ਦੇ ਵਿਚਕਾਰ ਹੈਗਾ, n ਤੋਂ ਘੱਟ ਹੈ, ਸਟ੍ਰਿਕਟਲੀ ਘੱਟ ਹੈ, ਤਾਂ ਇੱਕੋ ਇੱਕ ਤੁਸੀਂ ਸਿੱਧਾ ਸਿੱਧਾ ਆਨਸਰ ਲਿਖ ਦੇਣਾ, r equal to 0, r equal to 0 ਲਿਖ ਦੇਣਾ ਜੀ। ਮੈਂ ਰਿਪੀਟ ਕਰ ਰਿਹਾ ਜੀ, ਇੱਕ ਇੱਕ ਕਰਕੇ ਮੈਂ ਰਿਪੀਟ ਕਰ ਦੇਣਾ। ਪਹਿਲੇ ਨੰਬਰ ਤੇ ਪੁਆਇੰਟ ਹੈਗਾ ਸੀ ਆਇਡੈਂਟੀ ਦਾ ਆਰਡਰ ਹਮੇਸ਼ਾ ਇੱਕ ਹੀ ਹੋਵੇਗਾ। ਠੀਕ ਹੈ, ਤਾਂ ਇਹਨੂੰ ਤੁਸੀਂ ਏਦਾਂ ਸੋਚੋ, ਆਇਡੈਂਟੀ ਦੀ ਕਿੰਨੀ ਪਾਵਰ ਕਰਨ ਦੇ ਆਇਡੈਂਟੀ ਆ ਜਾਏਗਾ, ਇੱਕ ਪਾਵਰ ਕਰੋਗੇ ਤਾਂ ਹੀ ਆਏਗਾ। ਤਾਂ ਆਇਡੈਂਟੀ ਦਾ ਆਰਡਰ ਇੱਕ ਹੋ ਗਿਆ, ਆਇਡੈਂਟੀ ਦਾ ਆਰਡਰ ਇੱਕ ਹੋ ਗਿਆ ਜੀ। ਨੰਬਰ 2 ਤੇ ਨੰਬਰ 3 ਤੇ ਕੀ ਕਹਿ ਰਿਹਾ, ਅਗਰ ਜਿਵੇਂ ਸਪੋਜ਼ ਕਰ ਲਓ a ਦੀ ਪਾਵਰ 10 ਕਰਨ ਤੇ ਆਇਡੈਂਟੀ ਆ ਗਿਆ ਤਾਂ a ਦਾ ਆਰਡਰ ਕੀ ਹੋਏਗਾ, 10 ਤੋਂ ਘੱਟ ਜਾਂ 10 ਦੇ ਇਕੁਅਲ। ਪਰ ਤੀਜੇ ਨੰਬਰ ਤੇ ਉਹ ਹੋਰ ਇਹਨੂੰ ਛੋਟਾ ਪ੍ਰਸਾਈਜ਼ ਬਣਾ ਰਿਹਾ ਵੀ ਉਹ ਕਹਿ ਰਿਹਾ ਵੀ ਆਰਡਰ ਆਫ a 10 ਦਾ ਡਿਵਾਈਜ਼ਰ ਹੀ ਹੋਵੇਗਾ, 10 ਨੂੰ ਡਿਵਾਈਡ ਕਰੇਗਾ। ਤਾਂ ਕਿਹੜੇ ਕਿਹੜੇ 10 ਦੇ ਡਿਵਾਈਜ਼ਰ ਹੁੰਦੇ ਨੇ, 1 ਹੋ ਸਕਦਾ, 2 ਹੋ ਸਕਦਾ, 5 ਹੋ ਸਕਦਾ, 10 ਹੋ ਸਕਦਾ। ਨੰਬਰ 4 ਤੇ ਬੜਾ ਹੀ ਸਿੰਪਲ ਹੈ, ਇਹ ਤਾਂ ਸਾਰਿਆਂ ਨੂੰ ਯਾਦ ਰਹੇਗਾ, ਪਾਵਰ 0 ਕਰਨ ਤੇ ਆਇਡੈਂਟੀ। ਠੀਕ ਹੈ, ਦੇਖੋ ਤੁਸੀਂ ਹੁਣ ਰੀਅਲ 'ਚ ਨਹੀਂ ਹੈਗੇ, ਰੀਅਲ 'ਚ ਕੀ ਹੁੰਦਾ ਹੈ, a ਦੀ ਕਿਸੇ ਦੀ ਵੀ ਪਾਵਰ 0 ਕਰੋ ਆਪਾਂ 1 ਲਿਖ ਦਿੰਦੇ ਸੀ।
ठीक है, ਇਹ ਰੀਅਲ 'ਚ ਹੁੰਦਾ ਸੀ, ਅਲਜਬਰਾ 'ਚ ਨਹੀਂ ਇਦਾਂ ਕਰਨਾ। ਅਲਜਬਰਾ 'ਚ ਗਲਤੀ ਨਾ ਕਰ ਬੈਠਿਓ, ਠੀਕ ਹੈ। ਇਹ ਨਾ ਹੋਏ ਤੁਹਾਡੀ ਸਕਾਲਰਸ਼ਿਪ ਕੱਟ ਲੈਣ ਕਾਲਜ ਵਾਲੇ। ਦੇਖੋ a ਦੀ ਪਾਵਰ 0 ਕਰਨ ਦੇ ਇੱਥੇ ਆਇਡੈਂਟੀ ਲਿਖਣਾ ਹੈ। ਇੱਥੇ ਕੀ ਲਿਖਣਾ ਹੈ ਜੀ? ਆਇਡੈਂਟੀ ਲਿਖਣਾ ਹੈ। ਇਹ ਨਾ ਹੋਵੇ ਪ੍ਰਿੰਸੀਪਲ ਸਰ ਪੁੱਛਣ ਜੀ ਅਲਜਬਰਾ ਦੇ ਵਿੱਚ a ਦੀ ਪਾਵਰ 0 ਕਰਨ ਤੇ ਕੀ ਆਏਗਾ, ਤੁਸੀਂ ਕਹਿ ਦਿਓ ਜੀ 1, ਗਲਤ ਹੋ ਜਾਏਗਾ। ਆਇਡੈਂਟੀ ਲਿਖਣਾ ਹੈ, ਠੀਕ ਹੈ, ਆਇਡੈਂਟੀ। नहीं तो स्कॉलरशिप कट लेनी जी प्रिंसीपल सर ने, फिर मेरा मुंह वेखते रह जाओगे, है ना भी सर आ की हो गया, भी तुसी तो समझाया सी सानू याद ही नहीं रहा। ठीक है, नंबर 5 ते ऑर्डर ऑफ ए इक्वल टू n हैगा, ते अगर n तो घट पावर ਉਹਨੂੰ ਆਇਡੈਂਟੀ बना रही है तो इको केस च हो सकता है भी r खुद 0 होवेगा, r खुद 0 होवेगा। देखो मैं ये नहीं कहता भी ਤੁਹਾਨੂੰ ਨਾਲ समझ आ जाएगा, मैं कहना ਤੁਸੀਂ ਇਹਨੂੰ ਕਾਪੀ ਤੇ ਲਿਖਦੇ ਜਾਓ, ਨੋਟਸ ਬਣਾਉਂਦੇ ਜਾਓ, ਹੌਲੀ ਹੌਲੀ ਤੁਹਾਨੂੰ ਕਨਸੈਪਟ ਕਲੀਅਰ ਹੋਏਗਾ। ਵੀਡੀਓ ਦੇ ਐਂਡ ਤੱਕ ਤੁਹਾਨੂੰ ਹੋ ਜਾਏਗਾ ਕਨਸੈਪਟ ਕਲੀਅਰ। ਠੀਕ ਹੈ, ਇਹ 5 ਗੱਲਾਂ ਤੁਹਾਨੂੰ ਬੜੀਆਂ ਹੀ ਜ਼ਰੂਰੀ ਨੇ, ਤੁਹਾਨੂੰ ਆਪਣੀ ਜਿੰਦ ਜਾਨ ਬਣਾ ਲਓ, ਕਿਉਂਕਿ ਅੱਗੇ ਜਾ ਕੇ ਪੂਰੇ ਚੈਪਟਰ 'ਚ ਕਿਤੇ ਨਾ ਕਿਤੇ ਇਹਨਾਂ ਦੀ ਵਰਤੋਂ ਹੋਵੇਗੀ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਹਾਂਜੀ, ਆਪਾਂ ਰਾਜੇ ਆ ਗਰੁੱਪ ਲੈ ਰਹੇ ਹਾਂ। ਸਭ ਤੋਂ ਪਹਿਲਾਂ ਜੀ ਇਹ ਆਪਾਂ ਕਰ ਚੁੱਕੇ ਹਾਂ, ਪੁਰਾਣੀਆਂ ਵੀਡੀਓਜ਼ ਤੁਸੀਂ ਵੇਖ ਲਿਆ ਜੇ। ਇਹਦੇ 'ਚ ਇਹ ਆਪਾਂ ਲਿਆ ਹੈ ਹਨਾ ਸੈਟ ਆਫ 4th ਰੂਟਸ ਆਫ ਯੂਨਿਟੀ। ਤਾਂ ਇਹ ਅੰਡਰ ਮਲਟੀਪਲੀਕੇਸ਼ਨ, ਠੀਕ ਹੈ, ਤੁਹਾਨੂੰ ਪਤਾ ਹੈ ਗਰੁੱਪ ਬਣਾਉਂਦਾ ਹੈ। ਠੀਕ ਹੈ, ਆਪਾਂ ਪੁਰਾਣੀ ਵੀਡੀਓਜ਼ 'ਚ ਵੇਖ ਲਿਆ ਜੇ, ਆਪਾਂ ਕਰ ਚੁੱਕੇ ਹਾਂ ਇਹਦਾ ਪ੍ਰੂਫ। ਤਾਂ ਸਭ ਤੋਂ ਪਹਿਲਾਂ ਇਹਦੇ 'ਚ ਤੁਸੀਂ ਕੀ ਕਰਨਾ ਹੈ, ਆਇਡੈਂਟੀ ਲੱਭ ਲਓ ਜੀ। ਆਇਡੈਂਟੀ ਕੀ ਹੈਗੀ ਹੈ? ਆਇਡੈਂਟੀ ਇੱਥੇ ਕੀ ਹੈਗਾ? 1। ਠੀਕ ਹੈ, ਤਾਂ ਇੱਕ ਇੱਕ ਕਰਕੇ ਦੇਖੋ। ਪਹਿਲਾਂ ਸਭ ਤੋਂ ਪਹਿਲਾਂ 1 ਦਾ ਆਰਡਰ ਕੀ ਆਏਗਾ? 1 ਤਾਂ ਆਇਡੈਂਟੀ ਹੈ, 1 ਤਾਂ ਆਇਡੈਂਟੀ ਹੈ। ਆਇਡੈਂਟੀ ਦਾ ਆਰਡਰ ਇੱਕ ਹੀ ਹੁੰਦਾ ਹਮੇਸ਼ਾ। ਓਕੇ, -1, -1 ਦੀ ਪਾਵਰ 1 ਕਰਨ ਤੇ ਕੀ ਆਏਗਾ? -1 ਆਇਡੈਂਟੀ ਤਾਂ ਆਇਆ ਹੀ ਨਹੀਂ। -1 ਦੀ ਪਾਵਰ 2 ਕਰਨ ਤੇ ਕੀ ਆ ਜਾਏਗਾ? 1 ਆ ਜਾਏਗਾ। ਇਹ ਤਾਂ ਆਇਡੈਂਟੀ ਦੇ ਇਕੁਅਲ ਆ ਗਿਆ। ठीक है, डेफिनेशन की हुंदी है घट तो घट पावर मिले, पॉजिटिव होवे, इंटीजर होवे, प्लस a दी पावर n करन ते की आ जावे? आइडेंटिटी। ठीक है, देखो आ रहा आ वाला a हो गया, आ उनकी पावर n करन ते आइडेंटिटी आ रहा। तो देयरफॉर इत्थे -1 दा ऑर्डर कितना आएगा? इत्थे 2 आएगा। -1 दा ऑर्डर 2 आएगा। अच्छा, तीजे नंबर ते आयोटा की गल करिए, आयोटा की पावर 1 करन ते आयोटा ही रहेगा, आयोटा की पावर 2 करन ते -1 आएगा। ठीक है, आइडेंटिटी नहीं आ रहा, आइडेंटिटी नहीं आ रहा। आयोटा की पावर 3 करन ते माइनस आयोटा आ जाएगा, हाले भी आइडेंटिटी नहीं आया। पर जिवें ही तुसी आयोटा की पावर 4 करोगे, इत्थे आ जाएगा 1। 1 की हुंदा है इत्थे? 1 की हैगा इस ग्रुप वास्ते आइडेंटिटी, ਤੇ ਆ 4 ਕੀ ਹੈਗੇ ਰਾਜੇ? ਇਹ ਫਿਰ 4 ਕੀ ਹੋ ਗਿਆ? ਇਹ ਹੋ ਗਿਆ ਆਇਓਟਾ ਦਾ ਆਰਡਰ, ਆਇਓਟਾ ਦਾ ਆਰਡਰ। ਠੀਕ ਹੈ, ਤਾਂ ਇਸ ਤੋਂ ਬਾਅਦ ਨੰਬਰ 4 ਤੁਸੀਂ ਮਾਈਨਸ ਆਇਓਟਾ ਨੂੰ ਫੜ ਲਓ ਜੀ। ਮਾਈਨਸ ਆਇਓਟਾ ਦੀ ਪਾਵਰ 1 ਕਰਨ ਤੇ ਮਾਈਨਸ ਆਇਓਟਾ ਆਇਡੈਂਟੀ ਦੇ ਇਕੁਅਲ ਨਹੀਂ ਆਇਆ। ਮਾਈਨਸ ਆਇਓਟਾ ਦੀ ਪਾਵਰ 2 ਕਰਨ ਤੇ, ਠੀਕ ਹੈ ਜੀ, -1 ਆ ਜਾਏਗਾ, ਹਾਲੇ ਵੀ ਆਇਡੈਂਟੀ ਨਹੀਂ ਆਇਆ। माइनस आयोटा की पावर 3 करन ते प्लस आयोटा आ जाएगा, हाले भी आइडेंटिटी नहीं आया। माइनस आयोटा की पावर 4 करोगे तो की आ जाएगा जी? 1 आ जाएगा, आइडेंटिटी दे इक्वल आ गया। सो देयरफॉर माइनस आयोटा का ऑर्डर भी कितना हैगा? 4 हैगा। ठीक, तो बड़े आराम नाल तुसी इदां दे ऑर्डर्स कढ सकदे हो, कोई औखा काम नहीं हैगा। ठीक है, मैं इत्थे एक टेबल बना देना तुहानू। ठीक है जी, इत्थे आपां लिख देने जी ए, इत्थे लिख देने उनदा ऑर्डर। तो 1 दा ऑर्डर 1, -1 दा ऑर्डर 2, आयोटा दा ऑर्डर 4, माइनस आयोटा दा ऑर्डर 4, माइनस आयोटा दा ऑर्डर 4 आ गया। ठीक है जी, ਤੁਸੀਂ ਇਸ ਦੇ ਵਿੱਚ ਇੱਕ ਗੱਲ ਨੋਟ ਕਰਿਓ ਵੀ ਸਾਰੇ ਐਲੀਮੈਂਟਸ ਦਾ ਆਰਡਰ ਗਰੁੱਪ ਦੇ ਆਰਡਰ ਨੂੰ ਡਿਵਾਈਡ ਕਰਦਾ ਪਿਆ। ਸਾਰੇ ਐਲੀਮੈਂਟਸ ਦਾ ਗਰੁੱਪ ਦੇ ਆਰਡਰ ਨੂੰ
डिवाइड करता पे। ठीक है, आ गल नोट करके रखियो सारे, इन मैं नोट लिख देना जी इत्थे, नोट। ठीक है, नंबर 2 ते अयोटा दा ऑर्डर भी 4 आया ते माइनस अयोटा दा ऑर्डर भी 4 आया। ठीक है, वैसे वेख्या जावे अगर ए अयोटा हैगा तां उनदा इनवर्स, अयोटा दा इनवर्स की हुंदा है? माइनस अयोटा। शायद तुहानू पता होवे अयोटा दा इनवर्स माइनस अयोटा, नहीं पता तो मेरी पुरानी वीडियो देख लियो जी। ठीक है जी, पुरानी वीडियो दे विच तुहानू ये मिल जाएगा। तो इत्थे ध्यान नाल देखो, ए दा भी 4 ऑर्डर आया है, उस दे इनवर्स दा भी 4 ऑर्डर आया। ठीक है, ये मैं तुहानू फ्यूचर दीयां गल्लां दस रहा जी, ये फ्यूचर दीयां गल्लां ने, ये अगे जाके आपां इन्हां दे प्रूफ भी करने ने। ठीक है, बाकी परमात्मा का नाम लैके हौली हौली डरना नहीं, घबराना नहीं। आपां एवें ही काफी सारिया होर एग्जाम्पल करन जा रहे हैं अगे। डरना नहीं, आ की चीज आ गई, ऑर्डर की चीज आ गई। हौली हौली तुसी, मैं कह रहा कापी बनाओ, नोट्स बनाओ, वाहिगुरु का नाम लो, ਤੁਹਾਡਾ हो जाएगा, ये कंसैप्ट क्लीयर हो जाएगा वीडियो के लास्ट तक, कोई वड्डी गल नहीं हैगी। ठीक है जी, अगे चलने हैं। हाँ जी, सेकंड एग्जांपल देखो जी, की कह रहा है, ग्रुप की लेना है आर स्टार। देखो इत्थे आर स्टार दा की मतलब है? आर स्टार दा मतलब है रियल्स दे विचों जीरो कट दो जी। ठीक है, कह लो नॉन जीरो रियल्स, नॉन जीरो रियल्स। ये अंडर मल्टीप्लीकेशन ग्रुप बनावेगा। ठीक है, इनका मैं प्रूफ नहीं करावांगा, पुरानी वीडियोस तुसी वेख सकते हो जी। ठीक, तो इनदे विच देखो वन, ठीक है, इन मल्टीप्लीकेशन देखो, मल्टीप्लीकेशन दिता है इत्थे, ऑपरेशन की हैगा तुहानू मल्टीप्लीकेशन, है ना। तो मल्टीप्लीकेशन दे विच इत्थे क्लीयरली इत्थे आइडेंटिटी की आएगी? आइडेंटिटी 1 आएगी। ठीक है, तो एक दा ऑर्डर, आइडेंटिटी दा ऑर्डर एक ही हुंदा है, सोचण दी लोड़ नहीं। ते -1 दा ऑर्डर देखो, -1 दी 1 करोगे -1 आ जाएगा, है ना। -1 दी पावर 2 करोगे जी, 1 आ जाएगा, आइडेंटिटी आ गया। इथों की क्लीयर हो गया बई, ए दा सॉरी -1 दा ऑर्डर 2 हैगा जी, -1 दा ऑर्डर 2 हैगा। ठीक है, क्योंकि घट तो घट 2 पावर ने उन्होंने आइडेंटिटी बनाया। ठीक है, नंबर 3, तुसी इन्हां दोनों तो इलावा होर कोई भी, इन्हां दोनों तो इलावा होर कोई भी नंबर ले लो। सपोज आप ले लिया जी, है ना, 2 ले लेने, 2 दी पावर 1 करोगे 2, 2 दी पावर 2 करोगे। देखो 2 दी पावर 2 का मतलब है 2 नू 2 बारी ऑपरेट करना है, 2 नू 2 बारी मल्टीप्लाई करना है। आंसर कितना आ जाएगा? 4। 3 बारी करोगे 8। ठीक है, ये तुसी करते जाओ, किसी भी पावर ते जाके इन्हें आइडेंटिटी नहीं बनना, एक दे इक्वल नहीं आना। ठीक है, तो सानू एहो जा कोई एन नहीं लभ रहा, एहो जा एन नहीं लभ रहा, तो आप इत्थे कहांगे ऑर्डर ऑफ 2 डज नॉट एग्जिस्ट। ठीक है, और असी ये भी कह सकते हैं ऑर्डर ऑफ 2 इज इनफाइनाइट। ठीक है जी, ऑर्डर ऑफ 2 की हैगा जी? इनफाइनाइट हैगा। तो इत्थे की तुहानू वेखण नू मिलेगा इस ग्रुप दे विच, इस ग्रुप दे विच तुहानू की वेखण नू मिलेगा जी? देखो 1 दा ऑर्डर 1 आ रहा है, -1 दा ऑर्डर 2 आ रहा है। ठीक है, एक्सेप्ट 1 -1, 1 ते -1 नू छड्ड के बाकी जिन्ने भी तुसी देखोगे इन्हां सब दा ऑर्डर की आवेगा जी? इनफाइनाइट आएगा। केड़ा ग्रुप केड़ा हैगा जी? आर स्टार अंडर मल्टीप्लीकेशन, अंडर मल्टीप्लीकेशन। मैनू पता है तुहानू नहीं समझ आ रहा, हाले भी नहीं समझ आ रहा। देखो जे तुहानू ये चीज समझ आन लग पई ना इस सेकंड एग्जांपल तक, ठीक है, मतलब तुसी अलजबरा ते मेहनत बहुत कर चुके हो। ठीक है, बहुत वधिया गल है जे तुहानू सेकंड एग्जांपल तक ऑर्डर दी डेफिनेशन समझ आ गई। पर कईयां नू हाले भी नहीं समझ आ रही होनी, उनदे वास्ते डरन दी लोड़ नहीं। मैं कोई 2 या 3 एग्जांपल नहीं, आप काफी सारी एग्जांपल करांगे। ठीक है जी, इहदे ते आपां अगे चलने हैं एक बारी।
हाँ जी, नंबर 3 ਤੇ एग्जांपल ਤੁਸੀਂ ਦੇਖੋ ਜੀ, ਕਲਾइंस 4 ਗਰੁੱਪ। ਆ ਤਾਂ ਤੁਹਾਨੂੰ ਪਤਾ ਹੀ ਹੋਣਾ, ਪੁਰਾਣੀਆਂ ਵੀਡੀਓਜ਼ ਤੁਸੀਂ ਦੇਖ ਲਿਆ ਹੋਣੀਆਂ। ਕਲਾइंस 4 ਗਰੁੱਪ, ਠੀਕ ਹੈ। ਇਹਦੇ ਚ A B C ਦੀ ਖਾਸੀਅਤ ਕੀ ਹੈ, ਮੈਂ ਤੁਹਾਨੂੰ ਦੱਸਦਾ ਜੀ। ਇੱਥੇ A ਸਕੁਅਰ ਕਰਨ ਤੇ, B ਸਕੁਅਰ ਕਰਨ ਤੇ, C ਸਕੁਅਰ ਕਰਨ ਤੇ ਆਇਡੈਂਟੀ ਆਉਣ ਵਾਲਾ। ਇਹ ਇੱਕ ਸਰਕਲ ਦੇ ਵਿੱਚ ਦੇਖੋ, A ਨੂੰ B ਨਾ ਕਰੋਗੇ ਤਾਂ ਵੈਲਿਊ ਕੀ ਆਵੇਗੀ, C ਆਏਗੀ। B ਨੂੰ C ਨਾ ਕਰੋਗੇ, ਵੈਲਿਊ ਕੀ ਆਏਗੀ, A ਨੂੰ B ਨਾਲ ਕਰ ਲਓ, B ਨੂੰ A ਨਾਲ ਕਰ ਲਓ, ਵੈਲਿਊ C ਆਉਣ ਵਾਲੀ ਹੈ। ਠੀਕ, B ਨੂੰ C ਨਾਲ ਕਰ ਲਓ, C ਨੂੰ B ਨਾਲ ਕਰ ਲਓ, ਵੈਲਿਊ A ਆਉਣ ਵਾਲੀ ਹੈ। ਠੀਕ ਹੈ, ਇਦਾਂ ਹੀ ਤੁਸੀਂ ਆਪਣੇ A ਨੂੰ C ਨਾਲ ਕਰ ਲਓ, C ਨੂੰ A ਨਾਲ ਕਰ ਲਓ, ਵੈਲਿਊ B ਆਉਣ ਵਾਲੀ ਹੈ। ਤਾਂ ਕਲਾइंस 4 ਗਰੁੱਪ ਦੇ ਵਿੱਚ, ਕਲਾइंस 4 ਗਰੁੱਪ ਦੇ ਵਿੱਚ ਨੰਬਰ 1 ਆਇਡੈਂਟੀ, ਆਇਡੈਂਟੀ ਦੀ ਤਾਂ ਪਾਵਰ 1 ਕਰਨ ਤੇ ਹੀ ਆਇਡੈਂਟੀ ਆ ਜਾਏਗਾ, ਤਾਂ ਫਿਰ ਆਇਡੈਂਟੀ ਦਾ ਆਰਡਰ 1 ਆ ਜਾਏਗਾ। ਨੰਬਰ 2 A ਨੂੰ ਫੜ ਲਓ, A ਦੀ ਪਾਵਰ 1 ਕਰੋਗੇ, ਉਹ ਆਇਡੈਂਟੀ ਥੋੜੀ ਹੁੰਦਾ। A ਨੋਨ ਆਇਡੈਂਟੀ ਐਲੀਮੈਂਟ ਹੈ। A B C ਕੀ ਹੈਗੇ, ਤਿੰਨੋਂ ਹੀ ਕੀ ਨੇ, ਨੋਨ ਆਇਡੈਂਟੀ ਐਲੀਮੈਂਟ। ਬਟ ਇਹਦਾ ਸਕੁਅਰ ਕਰਨ ਤੇ ਆਇਡੈਂਟੀ ਆ ਜਾਂਦਾ, ਸਕੁਅਰ ਕਰਨ ਦੇ ਆਇਡੈਂਟੀ ਆ ਜਾਂਦਾ, ਤਾਂ ਫਿਰ A ਦਾ ਆਰਡਰ ਕਿੰਨਾ ਹੋ ਗਿਆ ਜੀ, 2 ਹੋ ਗਿਆ। ਨੰਬਰ 3 B ਨੂੰ ਪਕੜ ਲਓ, B ਦੀ ਪਾਵਰ 1 ਕਰਨ ਤੇ B ਹੀ ਰਹੇਗਾ। B ਤਾਂ ਨੋਨ ਆਇਡੈਂਟੀ ਐਲੀਮੈਂਟ ਹੈ, ਬਟ B ਸਕੁਅਰ ਕਰਨ ਤੇ ਆਇਡੈਂਟੀ ਆ ਜਾਂਦਾ ਹੈ, ਤਾਂ ਫਿਰ B ਦਾ ਆਰਡਰ ਕਿੰਨਾ ਹੋ ਗਿਆ ਜੀ, 2। ਸਿਮਿਲਰਲੀ C ਦਾ ਆਰਡਰ ਵੀ ਇੱਥੇ ਕਿੰਨਾ ਹੋ ਗਿਆ ਜੀ, 2 ਹੋ ਗਿਆ। ਠੀਕ ਹੈ, ਤਾਂ ਦੇਖੋ ਤੁਸੀਂ, ਮੈਂ ਉਹੀ ਟੇਬਲ ਬਣਾ ਰਿਹਾ, ਤੁਹਾਨੂੰ ਹੌਲੀ ਹੌਲੀ ਹੁਣ ਸਮਝ ਆਣਾ ਸ਼ੁਰੂ ਹੋ ਜਾਏਗਾ ਵੀ A ਜਦੋਂ ਤੁਸੀਂ ਕੀ ਲਿਆ, ਆਇਡੈਂਟੀ, ਆਇਡੈਂਟੀ ਦਾ ਆਰਡਰ ਤਾਂ ਇੱਕ ਹੀ ਰਹਿਣਾ ਹੈ, ਹਮੇਸ਼ਾ ਹੀ ਇੱਕ ਰਹਿਣਾ ਹੈ। ਠੀਕ ਹੈ ਜੀ, ਹਮੇਸ਼ਾ ਹੀ ਇੱਕ ਰਹਿਣਾ। A ਦਾ ਆਰਡਰ, ਠੀਕ ਹੈ, A ਦਾ ਆਰਡਰ ਇੱਥੇ 2 ਆ ਜਾਏਗਾ। B ਦਾ ਆਰਡਰ, B ਦਾ ਆਰਡਰ ਵੀ 2 ਹੈਗਾ। C ਦਾ ਆਰਡਰ, C ਦਾ ਆਰਡਰ ਵੀ ਇੱਥੇ 2 ਹੈਗਾ ਜੀ। ਠੀਕ ਹੈ, ਇੱਥੇ ਵੀ ਤੁਸੀਂ ਉਹ ਗੱਲਾਂ, ਇੱਥੇ ਵੀ ਉਹ ਗੱਲਾਂ ਤੁਸੀਂ ਧਿਆਨ ਨਾਲ ਦੇਖੋ। ਇੱਕ ਤਾਂ ਜੀ ਸਾਰੇ ਐਲੀਮੈਂਟਸ ਦਾ ਆਰਡਰ ਕਿਹਨੂੰ ਡਿਵਾਈਡ ਕਰ ਰਿਹਾ ਹੈ, ਗਰੁੱਪ ਦੇ ਆਰਡਰ ਨੂੰ। ਗਰੁੱਪ ਦਾ ਆਰਡਰ ਕਿੰਨਾ ਹੈਗਾ ਜੀ, 4। ਠੀਕ ਹੈ, ਆ ਚੀਜ਼ ਹੋਲਡ ਕਰ ਰਹੀ ਹੈ ਫॉर ऑल A ਬਿਲੋਂਗਸ ਟੂ G, ਫॉर ऑल A ਬਿਲੋਂਗਸ ਟੂ G। ਧਿਆਨ ਰੱਖਿਓ, ਦੇਖ ਲਓ ਗਰੁੱਪ ਦਾ ਆਰਡਰ ਕਿੰਨਾ ਹੈਗਾ ਜੀ, 4। ਤਾਂ ਆ ਦੇਖੋ ਜੀ, 1 4 ਨੂੰ ਡਿਵਾਈਡ ਕਰਦਾ ਹੈ, 2 4 ਨੂੰ ਡਿਵਾਈਡ ਕਰਦਾ ਹੈ, 2 4 ਨੂੰ ਡਿਵਾਈਡ ਕਰਦਾ ਹੈ, 2 4 ਨੂੰ ਡਿਵਾਈਡ ਕਰਦਾ ਹੈ। ਠੀਕ, ਤਾਂ ਕਲਾइंस 4 ਗਰੁੱਪ ਵੀ ਮੇਰੇ ਹਿਸਾਬ ਨਾਲ ਤੁਹਾਨੂੰ ਆਰਡਰ ਕੱਢਨੇ ਆ ਚੁੱਕੇ ਹੋਣਗੇ ਸਾਰੇ ਐਲੀਮੈਂਟਸ ਦੇ। ਠੀਕ, ਅੱਗੇ ਚੱਲਦੇ ਆ ਜੀ। ਇੱਕ ਹੋਰ ਗਰੁੱਪ ਕਰਾਂਗੇ, ਪਰ ਉਹਨੂੰ ਕਰਨ ਤੋਂ ਪਹਿਲਾਂ ਇੱਕ ਤੁਸੀਂ ਆਪਰੇਸ਼ਨ ਸਮਝ ਲਓ ਜੀ, ਐਡੀਸ਼ਨ ਮੋਡੂਲੋ n, ਐਡੀਸ਼ਨ ਮੋਡੂਲੋ n ਆਪਰੇਸ਼ਨ। ਐਡੀਸ਼ਨ ਮੋਡੂਲੋ n ਆਪਰੇਸ਼ਨ ਚ ਕੀ ਹੈਗਾ, ਦੇਖੋ ਇਹਦੇ ਵਿੱਚ ਵਰਡ ਕੀ ਆ ਗਿਆ, ਐਡੀਸ਼ਨ ਮਤਲਬ ਐਡ ਕਰਨਾ ਹੈ। ਮੋਡੂਲੋ n, ਮੋਡੂਲੋ n ਦਾ ਮਤਲਬ ਕੀ ਹੈਗਾ ਜੀ, ਇੱਥੇ ਸਪੋਜ਼ ਆਪਾਂ n ਲੈ ਲੈਨੇ ਆ 4, ਮੈਂ n ਕੀ ਲੈ ਲਿਆ 4। ਤਾਂ ਇਹਦੇ ਚ ਕੀ ਕਰਨਾ ਹੈ ਤੁਸੀਂ, A plus B, ਦੇਖੋ ਪਲੱਸ ਇਹਦਾ ਮਤਲਬ ਕੀ ਹੈਗਾ, A ਨੂੰ B ਦੇ ਵਿੱਚ ਪਲੱਸ ਕਰ ਦੇਣਾ, ਪਰ ਇੱਥੇ ਆਪਰੇਸ਼ਨ ਆਪਾਂ ਲਗਾਣਾ ਹੈ ਐਡੀਸ਼ਨ ਮੋਡੂਲੋ n। ਆ ਸਿੰਬਲ ਕਿੰਦਾ ਹੈਗਾ ਜੀ, ਐਡੀਸ਼ਨ ਮੋਡੂਲੋ n। ਇਹਦੇ ਚ ਕੀ ਕਰਨਾ ਹੈ ਤੁਸੀਂ, ਅਗਰ ਤਾਂ A plus B ਜਿਹੜਾ ਹੈਗਾ, ਠੀਕ ਹੈ, ਮੈਂ ਚਲੋ n ਵਾਸਤੇ ਤੁਹਾਨੂੰ ਦੱਸ ਦੇਣਾ, A plus B ਕੀ ਹੈਗਾ, n ਤੋਂ ਛੋਟਾ, ਤਾਂ ਇਹਦੀ ਵੈਲਿਊ A plus B ਹੀ ਰਹਿਣ ਦਿਆ ਜੇ, A plus B ਹੀ ਰਹਿਣ ਦਿਆ ਜੇ। ਅਗਰ A plus B ਦੀ ਵੈਲਿਊ n ਤੋਂ ਵੱਡੀ ਹੋ ਗਈ, ਠੀਕ ਹੈ, n ਤੋਂ ਵੱਡੀ ਹੋ ਗਈ, ਫਿਰ ਇੱਥੇ r ਲਿਖ ਦਿਓ। r ਕੀ ਹੈਗਾ ਜੀ, r ਕੀ ਹੈਗਾ ਜੀ, ਰਿਮਾਈਂਡਰ। ਕਦੋਂ ਆਏਗਾ, ਕਿਹੜਾ ਰਿਮਾਈਂਡਰ, ਕਿਵੇਂ ਆਏਗਾ, ਕਿੱਥੋਂ ਆਏਗਾ,
ਤਾਂ ਇਹ r ਰਿਮਾਈਂਡਰ ਆਏਗਾ a plus b ਨੂੰ ਜੋ ਤੁਸੀਂ n ਨਾਲ ਡਿਵਾਈਡ ਕਰੋਗੇ ਕੁਛ ਨਾ ਕੁਛ ਕੁਓਸ਼ੀਐਂਟ ਆਏਗਾ ਤੇ ਕੁਛ ਨਾ ਕੁਛ ਸੋਲਵ ਕਰਕੇ ਇੱਥੇ r ਕੀ ਆਵੇਗਾ ਇੱਕ ਰਿਮਾਈਂਡਰ ਆਵੇਗਾ। ਠੀਕ ਹੈ, ਦੇਖੋ ਦੋ ਵੈਲਿਊਜ਼ ਨੇ, ਘਬਰਾਉਣ ਦੀ ਲੋੜ ਨਹੀਂ, ਕੁਛ ਨਹੀਂ ਹੈਗਾ ਇਹਦੇ ਚ, ਬਹੁਤ ਸਿੰਪਲ ਐਡੀਸ਼ਨ ਮੋਡ ਲਓ n a plus b। ਅਗਰ ਇਹਦੀ ਵੈਲਿਊ n ਤੋਂ ਘੱਟ ਹੈ ਤਾਂ a plus b ਰਹਿਣ ਦਿਓ, ਅਗਰ n ਤੋਂ ਜ਼ਿਆਦਾ ਹੈ ਤਾਂ ਫਿਰ a plus b ਨੂੰ n ਨਾਲ ਡਿਵਾਈਡ ਕਰੋ, ਜਿਹੜਾ ਵੀ ਰਿਮਾਈਂਡਰ ਆ ਗਿਆ ਉਹ ਲਿਖ ਦੇਣਾ ਵੈਲਿਊ ਚ, ਉਹ ਆਪਾਂ ਵੈਲਿਊ ਚ ਲਿਖ ਦੇਣਾ। ਚਲੋ ਮੈਂ ਤੁਹਾਨੂੰ ਸਮਝਾਣਾ। ਸਪੋਜ਼ ਆਪਾਂ 5, ਠੀਕ ਹੈ, ਆਪਾਂ 1 plus ਐਡੀਸ਼ਨ ਮੋਡ ਲਓ 4, ਇੱਥੇ ਆਪਾਂ 2 ਰੱਖ ਦਿੰਨੇ ਆ। ਇਹਦਾ ਆਨਸਰ ਕਿੰਨਾ ਆਏਗਾ ਜੀ? 1 plus 2 3, 3 4 ਤੋਂ ਛੋਟਾ ਹੈ, ਯੈਸ, ਤਾਂ ਇਹਦਾ ਆਨਸਰ 3 ਹੀ ਲਿਖ ਦੋ, ਇਹਦਾ ਆਨਸਰ 3 ਹੀ ਲਿਖ ਦੋ। ਸਪੋਜ਼ ਮੈਂ ਇੱਥੇ ਰੱਖ ਲਿਆ 2, ਠੀਕ ਹੈ ਜੀ, ਇੱਥੇ ਰੱਖਤਾ 3। ਹੁਣ ਤੁਹਾਡਾ ਦਿਮਾਗ ਕਹੇਗਾ 2 plus 3 ਕਿੰਨਾ ਹੁੰਦਾ? 5 ਹੁੰਦਾ। 5 5 4 ਤੋਂ ਵੱਡਾ ਹੈ? ਬਿਲਕੁਲ ਵੱਡਾ ਹੈ। 5 4 ਤੋਂ ਵੱਡਾ ਹੈ ਤਾਂ ਇਹਨੂੰ ਡਿਵਾਈਡ ਕਰ ਦੋ, ਠੀਕ ਹੈ, 1 ਤੇ ਚਲਾ ਜਾਏਗਾ, 4 ਏਕਮ 4, ਆ ਰਿਮਾਈਂਡਰ ਬਚਿਆ ਜੀ, ਰਿਮਾਈਂਡਰ। ਤਾਂ ਇੱਥੇ ਆਪਾਂ ਕੀ ਲਿਖ ਦਾਂਗੇ ਜੀ? 1 ਲਿਖ ਦਾਂਗੇ। ਠੀਕ ਹੈ, ਹੋਰ ਕੋਈ ਸੋਚੋ ਜੀ, ਹਨਾ, ਜਿਵੇਂ ਇੱਥੇ ਆਪਾਂ ਰੱਖ ਲੈਨੇ ਆ ਜੀ 6, ਇੱਥੇ ਆਪਾਂ ਰੱਖ ਲੈਨੇ ਆ 7, ਠੀਕ ਹੈ ਜੀ। 7 ਤੇ 6 ਕਿੰਨਾ ਹੁੰਦਾ ਹੈ ਜੀ? 13। 4 ਤੋਂ ਵੱਡਾ ਹੈ? ਬਿਲਕੁਲ ਵੱਡਾ ਹੈ। 13 ਨੂੰ 4 ਨਾਲ ਕਰੋ, 4 ਤੀਏ 12। ਅੱਛਾ, ਫਿਰ ਰਿਮਾਈਂਡਰ 1 ਆ ਗਿਆ, ਇੱਥੇ ਆਪਾਂ 1 ਰੱਖ ਦਾਂਗੇ। ਕੋਈ ਹੋਰ ਸੋਚ ਲਓ, ਤੁਹਾਡੇ ਤੁਸੀਂ ਆਪਣੇ ਹਿਸਾਬ ਨਾਲ ਸੋਚ ਲਓ। 8 ਰੱਖ ਲਓ, ਠੀਕ ਹੈ, 8 ਰੱਖ ਲਓ, ਇੱਥੇ ਕਿੰਨਾ ਰੱਖ ਲਓ ਜੀ? 8 ਰੱਖ ਲਓ, ਹਨਾ। 8 plus 8 ਕਿੰਨਾ ਹੋ ਗਿਆ ਜੀ? 16। 16 ਨੂੰ 4 ਨਾਲ ਡਿਵਾਈਡ ਕਰੋਗੇ, 4 ਚੌਕੇ 16, 0 ਰਿਮਾਈਂਡਰ ਆਏਗਾ ਜੀ, ਵੈਲਿਊ 0 ਰੱਖ ਦੇਣੀ ਹੈ ਜੀ। ਠੀਕ ਹੈ, ਸਮਝ ਰਹੇ ਹੋ ਮੈਂ ਕੀ ਕਹਿਣਾ ਚਾਹ ਰਿਹਾ? ਇਹ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਐਡੀਸ਼ਨ ਮੋਡੂਲੋ n ਆਪਰੇਸ਼ਨ, ਐਡੀਸ਼ਨ ਮੋਡੂਲੋ n ਆਪਰੇਸ਼ਨ। ਹੁਣ ਤੁਹਾਡੇ ਵਾਸਤੇ ਹੋਮਵਰਕ ਕੀ ਹੈਗਾ? ਹੋਮਵਰਕ ਕੀ ਹੈਗਾ? ਤੁਸੀਂ 5 ਐਡੀਸ਼ਨ ਮੋਡੂਲੋ 3 7, ਠੀਕ ਹੈ, ਇੱਕ ਤਾਂ ਇਹਦੀ ਵੈਲਿਊ ਕੱਢ ਕੇ ਕਮੈਂਟ ਕਰਿਆ ਜੇ, ਕਮੈਂਟ ਬਾਕਸ ਦੇ ਵਿੱਚ ਦੱਸਿਆ ਜੇ। ਇੱਕ ਤੁਸੀਂ 7 ਐਡੀਸ਼ਨ ਮੋਡੂਲੋ 6, ਇੱਥੇ ਰੱਖੋ ਤੁਸੀਂ 9, ਇੱਕ ਇਹਦੀ ਵੈਲਿਊ ਕੱਢ ਕੇ ਤੁਸੀਂ ਕਮੈਂਟ ਬਾਕਸ 'ਚ ਦੱਸਿਆ ਜੇ, ਇਹਨਾਂ ਦੋਨਾਂ ਦੀ। ਠੀਕ ਹੈ ਜੀ, ਦੇਖ ਲਾਂਗੇ ਤੁਹਾਨੂੰ ਕਿੰਨੀ ਕੁ ਕਨਸੈਪਟ ਦੀ ਕਲੈਰਿਟੀ ਹੋ ਚੁੱਕੀ ਹੈ। ਅੱਗੇ ਚੱਲਦੇ ਆ। ਐਡੀਸ਼ਨ ਮੋਡੂਲੋ n ਮੇਰੇ ਹਿਸਾਬ ਨਾਲ ਤੁਹਾਨੂੰ ਕਲੀਅਰ ਹੈ। ਠੀਕ ਹੈ ਜੀ, ਅੱਗੇ ਚੱਲਦੇ ਆ। ਚਲੋ ਇੱਕ ਅੱਧਾ ਹੋਰ, ਚਲੋ ਆਪਾਂ ਇੱਕ ਅੱਧਾ ਹੋਰ ਕਰ ਲੈਂਦੇ। ਸਪੋਜ਼ ਆਪਾਂ 8 ਤੇ ਮੈਂ ਇੱਥੇ ਰੱਖ ਦਿੰਨਾ 15, ਇੱਥੇ ਐਡੀਸ਼ਨ ਮੋਡੂਲੋ 4, 15 ਤੇ 8 ਕਿੰਨਾ ਹੋ ਗਿਆ ਜੀ? 23, 23 ਹੋ ਗਿਆ, ਹਨਾ। ਤਾਂ ਆਪਾਂ 23 ਨੂੰ 4 ਨਾਲ ਡਿਵਾਈਡ ਕਰਾਂਗੇ, 5 ਚੌਕਾ 20, 3 ਬਚੇਗਾ, ਹਨਾ, 3 ਬਚੇਗਾ। ਇੱਥੇ ਆਪਾਂ 3 ਰੱਖ ਦਾਂਗੇ ਜੀ, ਇੱਥੇ ਆਪਾਂ 3 ਰੱਖ ਦਾਂਗੇ। ਠੀਕ, ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੋਣਾ ਵੀ ਇਹ ਚੱਲ ਕੀ ਰਿਹਾ। ਐਡੀਸ਼ਨ ਮੋਡੂਲੋ n ਆਪਰੇਸ਼ਨ ਸਮਝ ਆ ਚੁੱਕਿਆ ਹੋਏਗਾ। ਤੇ ਨੰਬਰ 4 ਤੇ ਦੇਖੋ ਜੀ, ਆਹ ਵਾਲਾ ਜਿਹੜਾ ਸੈੱਟ ਹੈਗਾ ਜੀ ਤੁਹਾਡੇ ਕੋਲ, ਠੀਕ ਹੈ, ਇੱਕ ਆਪਾਂ ਸੈੱਟ ਲੈ ਰਹੇ ਹਾਂ Z4। Z4 ਦੇ ਵਿੱਚ ਆਪਾਂ ਐਲੀਮੈਂਟ ਸ਼ੁਰੂ ਕਿੱਥੋਂ ਕਰਨਾ ਹੈ ਜੀ? 0 ਤੋਂ ਸ਼ੁਰੂ ਕਰਨਾ ਹੈ। 4 ਹੀ ਐਲੀਮੈਂਟ ਰੱਖਣੇ, 0 1 2 3, 4 ਐਲੀਮੈਂਟ। ਇਹਨੂੰ ਆਪਾਂ ਆਪਰੇਸ਼ਨ ਐਡੀਸ਼ਨ ਮੋਡੂਲੋ 4 ਦੇ ਨਾਲ ਇਹਨੂੰ ਆਪਾਂ ਗਰੁੱਪ ਪ੍ਰੂਫ ਕਰਨਾ ਹੈ। ਕੀ ਪ੍ਰੂਫ ਕਰਨਾ ਹੈ ਜੀ? ਗਰੁੱਪ ਪ੍ਰੂਫ ਕਰਨਾ ਹੈ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਕਿਹੜੀ ਪ੍ਰੋਪਰਟੀ ਹੁੰਦੀ ਹੈ ਜੀ? ਕਲੋਜ਼ਰ ਪ੍ਰੋਪਰਟੀ। ਕਲੋਜ਼ਰ ਪ੍ਰੋਪਰਟੀ ਤਾਂ ਇੱਥੇ ਆਪਾਂ ਰੱਖਨੇ ਆ ਜੀ ਆਪਰੇਸ਼ਨ ਕਿਹੜਾ ਲਗਾਉਣ ਲੱਗਿਆ ਜੀ? ਐਡੀਸ਼ਨ ਮੋਡੂਲੋ 4, 0 1 2 3। ਠੀਕ ਹੈ, ਸਭ ਤੋਂ ਪਹਿਲਾਂ ਦੇਖੋ ਜੀ, ਧਿਆਨ ਨਾਲ ਸਮਝੇ। 0 ਇੱਥੇ ਮੈਂ 0 ਰੱਖਤੀ, 0 ਨੂੰ 0 ਚ ਐਡ ਕਰਾਂਗੇ ਕਿੰਨਾ ਆਏਗਾ? 0। ਠੀਕ ਹੈ, 0 ਨੂੰ 1 ਨਾਲ ਐਡ ਕਰੋਗੇ ਕਿੰਨਾ ਆਏਗਾ? 1 ਹੀ ਆਏਗਾ। 0 ਨੂੰ 2 ਨਾਲ ਐਡ ਕਰੋਗੇ 2 ਆਏਗਾ। 0 ਨੂੰ 3 ਨਾਲ ਐਡ ਕਰੋਗੇ 3 ਆਏਗਾ। ਇਸ ਤੋਂ ਅਗਲਾ ਐਲੀਮੈਂਟ ਦੇਖੋ ਜੀ 1। 1 ਨੂੰ 0 ਚ ਐਡ ਕਰੋਗੇ 1 ਆਏਗਾ। 1 ਨੂੰ 1 ਚ ਐਡ ਕਰੋਗੇ 2, 1 ਨੂੰ 2 ਚ ਐਡ ਕਰੋਗੇ ਇੱਥੇ ਕਿੰਨਾ ਆਏਗਾ ਜੀ? 3 ਆਏਗਾ। ਠੀਕ ਹੈ, 1 ਨੂੰ 3 ਚ ਐਡ ਕਰੋਗੇ, ਆਹ ਵਾਲਾ ਡੱਬਾ ਧਿਆਨ ਨਾਲ ਭਰਨਾ ਹੈ ਜੀ।
ਆਹ ਵਾਲਾ ਡੱਬਾ ਆਪਾਂ ਧਿਆਨ ਨਾਲ ਭਰਨਾ ਹੈ, ਠੀਕ ਹੈ। 1 ਨੂੰ 3 ਚ ਐਡ ਕਰਾਂਗੇ, ਦੇਖੋ ਆਪਰੇਸ਼ਨ ਕੀ ਹੈਗਾ, 1 ਪਲੱਸ ਐਡੀਸ਼ਨ ਮੋਡੂਲੋ 4, ਇੱਥੇ 3, ਆਨਸਰ ਕਿੰਨਾ ਆਣਾ ਚਾਹੀਦਾ? ਦੇਖੋ ਤੁਹਾਡਾ ਦਿਮਾਗ ਕਹੇਗਾ 3 + 1 ਕਿੰਨਾ ਹੁੰਦਾ ਹੈ, 4, ਠੀਕ ਹੈ। 4 4 ਨੂੰ 4 ਨਾਲ ਡਿਵਾਈਡ ਕਰੋਗੇ, 4 ਏਕਮ 4, ਰਿਮਾਈਂਡਰ ਕਿੰਨਾ ਆ ਰਿਹਾ ਹੈ ਜੀ, 0। ਤਾਂ ਇੱਥੇ ਆਪਾਂ 0 ਰੱਖਾਂਗੇ, ਠੀਕ ਹੈ। ਇੱਥੇ ਕਿੰਨਾ ਆਏਗਾ, 0 ਆਵੇਗਾ, 0, ਠੀਕ। ਅੱਗੇ ਚੱਲਦੇ ਆ, 2 ਨੂੰ ਫੜ ਲਿਆ ਜੀ, 2 ਨੂੰ 0 ਚ ਐਡ ਕਰੋਗੇ 2, 2 ਨੂੰ 1 ਚ ਐਡ ਕਰਾਂਗੇ 3, 2 ਨੂੰ 2 ਚ ਐਡ ਕਰੋਗੇ, 2 ਨੂੰ 2 ਚ ਐਡ ਕਰੋਗੇ, ਮੋਡੂਲੋ 4 ਵੀ ਲਗਾਣਾ ਹੈ, ਸੋਚੋ ਕਿੰਨਾ ਆਏਗਾ, ਚੈੱਕ ਕਰੋ, 0 ਆ ਰਿਹਾ, ਠੀਕ। 2 ਨੂੰ 3 ਚ ਐਡ ਕਰਾਂਗੇ, 3 + 2 5, 5 ਨੂੰ 4 ਨਾਲ ਡਿਵਾਈਡ ਕਰੋਗੇ ਬਈ, 5 ਨੂੰ 4 ਨਾਲ ਡਿਵਾਈਡ ਕਰੋਗੇ ਤਾਂ ਰਿਮਾਈਂਡਰ ਕੀ ਆਏਗਾ, 1, ਇੱਥੇ 1 ਲਿਖ ਦਾਂਗੇ। ਇੱਥੇ ਲਾਸਟ ਕਿਹੜਾ ਰਹਿ ਗਿਆ ਜੀ, 3, 3 ਨੂੰ 0 ਚ ਐਡ ਕਰਾਂਗੇ, 3, 3 ਨੂੰ 1 ਚ ਐਡ ਕਰੋਗੇ, 3 + 1 ਐਡੀਸ਼ਨ ਮੋਡੂਲੋ 4, 0 ਆਏਗਾ, ਠੀਕ। 3 2 5, 5 ਨੂੰ 4 ਨਾਲ ਡਿਵਾਈਡ ਕਰੋਗੇ, 1 ਰਿਮਾਈਂਡਰ ਆਏਗਾ, 3 ਤੇ 3 6, ਠੀਕ ਹੈ। 3 ਐਡੀਸ਼ਨ ਮੋਡੂਲੋ 4, 3, 3 + 3 6, 6 ਨੂੰ 4 ਨਾਲ ਡਿਵਾਈਡ ਕਰੋਗੇ, ਰਿਮਾਈਂਡਰ 2 ਆਏਗਾ, ਠੀਕ ਹੈ ਜੀ। ਇਹ ਆਪਾਂ ਬਣਾ ਲਿਆ, ਕਿਹੜਾ ਟੇਬਲ ਬਣਾ ਲਿਆ ਜੀ, ਕੰਪੋਜੀਸ਼ਨ ਟੇਬਲ। ਕੰਪੋਜੀਸ਼ਨ ਟੇਬਲ ਚੈੱਕ ਕਰੋ, ਆ ਜਿਹੜੀਆਂ ਵੈਲਿਊਜ਼ ਨੇ ਕੋਈ ਇਸ ਸੈੱਟ ਤੋਂ ਬਾਹਰ ਗਈਆਂ, ਠੀਕ ਹੈ। ਕਲੀਅਰਲੀ from composition table closure property holds, closure property hold ਕਰ ਰਹੀ ਹੈ ਜੀ, ਹਨਾ। ਤੇ ਇਸ ਤੋਂ ਬਾਅਦ, ਠੀਕ ਹੈ ਜੀ, ਐਸੋਸੀਏਟਿਵ ਹੁੰਦੀ ਹੈ, ਕਲੀਅਰਲੀ ਤੁਸੀਂ A ਪਹਿਲਾਂ B ਤੇ C ਨੂੰ ਕਰ ਲਓ ਭਾਵੇਂ, ਫਿਰ A ਨੂੰ ਕਰੋਗੇ, ਠੀਕ ਹੈ। ਉਹੀ ਵੈਲਿਊ ਆਏਗੀ ਜਿਹੜੀ ਪਹਿਲਾਂ A ਤੇ B ਨੂੰ ਕਰਨ ਤੇ ਆਪਰੇਟ, ਫਿਰ C ਨਾਲ ਕਰੋਗੇ, ਉਹੀ ਵੈਲਿਊ ਆਏਗੀ, ਠੀਕ ਹੈ। ਤਾਂ ਕਲੀਅਰਲੀ ਐਸੋਸੀਏਟਿਵ ਪ੍ਰੋਪਰਟੀ ਵੀ ਹੋਲਡ ਕਰੇਗੀ, ਠੀਕ ਹੈ। ਇਹਦੇ ਚ ਕੋਈ ਉਹ ਸਮਝਾਉਣ ਦੀ, ਜ਼ਿਆਦਾ ਸਮਝਾਉਣ ਦੀ ਲੋੜ ਨਹੀਂ ਹੈਗੀ, ਤੁਸੀਂ ਇਹਨੂੰ ਐਜ਼ ਇਟ ਇਜ਼ ਇੰਨਾ ਹੀ ਲਿਖ ਦਿਓ, ਤੁਹਾਨੂੰ ਮਿਲ ਜਾਣਗੇ ਨੰਬਰ, ਠੀਕ ਹੈ। ਇਸ ਤੋਂ ਬਾਅਦ ਆਉਂਦਾ ਜੀ ਆਇਡੈਂਟੀ। ਤਾਂ ਸਾਰਿਆਂ ਨੂੰ ਪਤਾ ਚੱਲ ਰਿਹਾ ਕਲੀਅਰਲੀ, ਇੱਥੇ ਆਇਡੈਂਟੀ ਕੀ ਹੈਗਾ, 0, ਕਿਉਂਕਿ ਬਈ ਆਇਡੈਂਟੀ ਨੂੰ ਕਿਸੇ ਵੀ ਐਲੀਮੈਂਟ 'ਚ ਜੋੜੋਗੇ ਤਾਂ ਦੁਬਾਰਾ ਉਹੀ ਐਲੀਮੈਂਟ ਆ ਜਾਣਾ ਜੀ, ਹਨਾ, ਦੁਬਾਰਾ ਉਹੀ ਐਲੀਮੈਂਟ ਆ ਜਾਣਾ। 0 ਨੂੰ ਕਿਸੇ 'ਚ ਜੋੜਾਂਗੇ ਉਹ ਦੁਬਾਰਾ ਇਹੀ ਆ ਜਾਣਾ, ਹਨਾ। ਇਨਵਰਸ ਦੀ ਗੱਲ ਕਰ ਲਈਏ, ਇਨਵਰਸ। ਤਾਂ ਸਭ ਤੋਂ ਪਹਿਲਾਂ ਦੇਖੋ ਜੀ, 0 ਦਾ ਇਨਵਰਸ 0, ਠੀਕ ਹੈ ਜੀ। 0 ਦਾ ਇਨਵਰਸ 0, 1 ਦਾ ਇਨਵਰਸ, ਤਾਂ ਸੋਚੋ 1 ਦੇ ਵਿੱਚ ਕੀ ਜੋੜੋਗੇ, ਆਨਸਰ 0 ਆ ਜਾਵੇ। 1 ਦੇ ਵਿੱਚ ਕੀ ਜੋੜੀਏ, ਆਨਸਰ 0 ਆ ਜਾਏ, ਤਾਂ ਤੁਹਾਡਾ ਦਿਮਾਗ ਕਹੇਗਾ ਜੀ 3 ਜੋੜਨੇ, ਠੀਕ ਹੈ। 1 ਦੇ ਵਿੱਚ 3 ਜੋੜਾਂਗੇ ਫਿਰ 0 ਆਏਗਾ। ਇਹ ਤੁਸੀਂ ਸੋਚੋ ਕਿਉਂ 0 ਆਏਗਾ, 1 ਦੇ ਵਿੱਚ 3 ਜੋੜਨ ਤੇ ਹੀ 0 ਕਿਉਂ ਆਏਗਾ, ਇਹ ਤੁਸੀਂ ਸੋਚੋ। ਤਾਂ 1 ਦਾ ਇਨਵਰਸ ਕਿੰਨਾ ਹੋ ਗਿਆ ਜੀ, 3, ਠੀਕ ਹੈ। ਸਾਰੇ Z4 ਨੂੰ ਬਿਲੋਂਗ ਕਰਦੇ ਪਏ ਨੇ, ਕਿਉਂਕਿ Z4 ਦੇ ਵਿੱਚ ਐਲੀਮੈਂਟਸ ਕਿਹੜੇ ਹੈਗੇ ਨੇ, 0 1 2 3। ਅੱਛਾ, 2 ਦਾ ਇਨਵਰਸ ਕੀ ਆਏਗਾ, ਇਹ ਤੁਸੀਂ ਸੋਚੋ। 2 ਦੇ ਵਿੱਚ ਕੀ ਜੋੜਨ ਤੇ 0 ਆਵੇਗਾ, ਸੋਚੋ 2 ਦੇ ਵਿੱਚ ਕੀ ਜੋੜਨ ਤੇ 0 ਆਏਗਾ, 2 ਹੀ ਜੋੜ ਦਾਂਗੇ। ਲਾਸਟ 3 ਦਾ ਇਨਵਰਸ ਕੀ ਆਏਗਾ ਜੀ, 3 ਦੇ ਵਿੱਚ ਕੀ ਜੋੜੋਗੇ ਵੀ 0 ਆ ਜਾਏਗਾ, ਇਹ ਤੁਸੀਂ ਸੋਚੋ। 1, ਹਨਾ, 1 ਕਿਉਂ ਆਇਆ, ਤਾਂ 3 ਦਾ ਇਨਵਰਸ 1 ਹੋ ਗਿਆ ਜੀ। ਤਾਂ ਵੀ ਸਾਰਿਆਂ ਦੇ ਇਨਵਰਸ ਮਿਲਦੇ ਪਏ ਨੇ, ਠੀਕ ਹੈ। ਆਲਸੋ A + B ਐਡੀਸ਼ਨ ਮੋਡੂਲੋ 4 ਕਰ ਲਓ, B + A ਐਡੀਸ਼ਨ ਮੋਡੂਲੋ 4 ਕਰ ਲਓ, ਵੈਲਿਊ ਸੇਮ ਆਉਣ ਵਾਲੀ ਹੈ।
ਸੋ देयरफॉर ਇਹ ਜਿਹੜਾ Z4 ਹੈਗਾ ਅੰਡਰ ਆਪਰੇਸ਼ਨ ਐਡੀਸ਼ਨ ਮੋਡੂਲੋ 4 ਇਹ ਕੀ ਬਣਾ ਰਿਹਾ ਜੀ ਅਬਿਲੀਅਨ, ਇਹ ਅਬਿਲੀਅਨ ਗਰੁੱਪ ਬਣਾ ਰਿਹਾ ਜੀ, ਅਬਿਲੀਅਨ ਗਰੁੱਪ ਬਣਾ ਰਿਹਾ। ਠੀਕ, ਕੋਈ ਔਖਾ ਕੰਮ ਨਹੀਂ ਹੈਗਾ, ਘਬਰਾਉਣ ਦੀ ਲੋੜ ਨਹੀਂ ਹੈਗੀ, ਡਰਨਾ ਨਹੀਂ। ਮੈਂ ਫਿਰ ਤੁਹਾਨੂੰ ਦੱਸਿਆ ਇੱਕ ਆਪਰੇਸ਼ਨ ਹੈਗਾ ਐਡੀਸ਼ਨ ਮੋਡੂਲੋ, ਔਖਾ ਨਹੀਂ ਹੈਗਾ, ਆਰਾਮ ਨਾਲ ਸਮਝੋ, ਹੋ ਜਾਏਗਾ। ਲਿਖਣ ਜ਼ਿਆਦਾ ਲਿਖਣ ਤੇ ਜ਼ੋਰ ਦਿਓ, ਕਾਪੀ ਬਣਾਓ, ਠੀਕ ਹੈ, ਲਿਖਦੇ ਲਿਖਦੇ ਬੱਲੇ ਬੱਲੇ ਹੋ ਜਾਏਗੀ ਤੁਹਾਡੀ। ਅੱਛਾ, ਅਗਰ ਇਹ ਵਾਲਾ ਗਰੁੱਪ ਹੈਗਾ Z4 ਅੰਡਰ ਐਡੀਸ਼ਨ ਮੋਡੂਲੋ 4, ਅਗਰ ਇਹ ਗਰੁੱਪ ਹੈਗਾ ਤਾਂ ਫਿਰ ਤੁਸੀਂ ਕੀ ਕਰਨਾ ਹੈ ਜੀ, ਇਹਦੇ ਐਲੀਮੈਂਟਸ ਦਾ ਆਰਡਰ ਕੱਢੋ। ਠੀਕ ਹੈ, ਸਭ ਤੋਂ ਪਹਿਲਾਂ ਜੀ ਆਰਡਰ ਕੱਢਣ ਤੋਂ ਪਹਿਲਾਂ ਆਇਡੈਂਟੀ ਦਾ ਪਤਾ ਹੋਣਾ ਚਾਹੀਦਾ। ਇੱਥੇ ਆਇਡੈਂਟੀ 0 ਹੋਏਗੀ, ਪਹਿਲਾਂ 0 ਨੂੰ ਪਕੜ ਲਓ, 0 ਦੀ ਪਾਵਰ 1 ਕਰਨ ਦੀ 0 ਆ ਜਾਏਗਾ। ਠੀਕ, ਤਾਂ 0 ਦਾ ਆਰਡਰ ਕਿੰਨਾ ਹੋ ਗਿਆ ਜੀ 1, 1 ਨੂੰ ਪਕੜ ਲਓ, 1 ਦੀ ਪਾਵਰ 1 ਕਰੋਗੇ 1, 1 ਦੀ ਪਾਵਰ 2 ਕਰਾਂਗੇ, ਠੀਕ ਹੈ, 1 ਪਲੱਸ ਐਡੀਸ਼ਨ ਮੋਡੂਲੋ 1 ਕਿੰਨਾ ਆ ਜਾਏਗਾ ਜੀ 2 ਆ ਜਾਏਗਾ। 1 ਦੀ ਪਾਵਰ 3 ਕਰਾਂਗੇ, 1 ਪਲੱਸ 1 ਪਲੱਸ 1 ਇਹ 3 ਆ ਜਾਏਗਾ। 1 ਦੀ ਪਾਵਰ 4 ਕਰਾਂਗੇ, 1 ਪਲੱਸ 1 ਪਲੱਸ 1 ਪਲੱਸ 1 ਇਹ 1 ਪਲੱਸ 1 ਪਲੱਸ 1 ਕਿੰਨਾ ਆ ਜਾਏਗਾ 4। 4 ਨੂੰ 4 ਨਾਲ ਡਿਵਾਈਡ ਕਰੋਗੇ, 4 ਨੂੰ 4 ਨਾਲ ਡਿਵਾਈਡ ਕਰੋਗੇ, ਰਿਮਾਈਂਡਰ ਕਿੰਨਾ ਆਏਗਾ 0। ਆਪਾਂ ਇੱਥੇ ਰਿਮਾਈਂਡਰ ਲਿਖਣਾ ਹੈ ਜੀ। ਤਾਂ ਆ ਗਿਆ ਤੁਹਾਡਾ ਆਇਡੈਂਟੀ। ਠੀਕ ਹੈ, ਆ ਜਦੋਜਹਿਦ ਕਰਨ ਤੋਂ ਬਾਅਦ ਤੁਹਾਨੂੰ ਪਤਾ ਚੱਲ ਗਿਆ ਜੀ 1 ਦਾ ਆਰਡਰ ਕਿੰਨਾ ਹੈਗਾ 4, 1 ਦਾ ਆਰਡਰ ਕਿੰਨਾ ਹੈਗਾ ਜੀ 4। ਅੱਗੇ ਚੱਲਨੇ ਆ ਜੀ, 2 ਨੂੰ ਫੜ ਲਓ ਜੀ, 2 ਦੀ ਪਾਵਰ 1 ਕਰਨ ਤੇ 2, 2 ਦੀ ਪਾਵਰ 2 ਕਰਨ ਤੇ 2 ਪਲੱਸ 2 ਕਿੰਨਾ ਹੁੰਦਾ ਜੀ 4, 4 ਨੂੰ 4 ਨਾਲ ਡਿਵਾਈਡ ਕਰੋਗੇ, ਰਿਮਾਈਂਡਰ ਕਿੰਨਾ ਆਏਗਾ 0। ਆ ਗਿਆ ਆਇਡੈਂਟੀ, ਆ ਗਿਆ ਆਇਡੈਂਟੀ ਹੈ ਨਾ। ਸੋ देयरफॉर ਆਰਡਰ ਆਫ 2 ਕਿੰਨਾ ਹੈਗਾ ਜੀ 2, ਆਰਡਰ ਆਫ 2 ਕਿੰਨਾ ਹੈਗਾ ਜੀ 2। ਅੱਗੇ ਚੱਲਨੇ ਆ ਜੀ, 3 ਨੂੰ ਫੜ ਲਈਏ, ਠੀਕ ਹੈ ਜੀ, 3 ਨੂੰ ਫੜ ਲਓ, 3 ਦੀ ਪਾਵਰ 1 ਕਰਨ ਤੇ 3 ਆਏਗਾ, 3 ਦੀ ਪਾਵਰ 2 ਕਰਨ ਤੇ ਦੇਖੋ 9 ਨਾ ਲਿਖ ਦਿਆ ਜੇ, ਰੱਬ ਦਾ ਵਾਸਤਾ 3 ਦੀ ਪਾਵਰ 2 ਕਰਨ ਤੇ 9 ਨਾ ਲਿਖ ਦਿਆ ਜੇ। ਠੀਕ ਹੈ, ਆਦੀ ਕਾਬਲੀਅਤ ਨੂੰ ਪਹਿਚਾਨੋ, ਆਦੀ ਤਾਕਤਾਂ ਨੂੰ ਪਹਿਚਾਨੋ, ਇੰਨਾ ਵੀ ਨਾ ਆਦੇ ਆਪ ਨੂੰ ਡਾਊਨ ਕਰ ਲਓ ਹਨਾ ਵੀ 3 ਦੀ ਪਾਵਰ 2 ਤੁਸੀਂ 9 ਲਿਖ ਦਿਓ। ਨਹੀਂ, 3 ਦੇਖੋ ਮੈਂ ਅੱਗੇ ਵੀ ਦੱਸ ਚੁੱਕਿਆ ਬਾਰ-ਬਾਰ, a ਦੀ ਪਾਵਰ 3 ਕਰਨ ਦਾ ਮਤਲਬ ਕੀ ਹੈਗਾ a ਸਟਾਰ a ਸਟਾਰ a, 3 ਵਾਰੀ ਆਪਰੇਸ਼ਨ ਲਗਾਉਣਾ ਹੈ। ਇੱਥੇ ਆਪਰੇਸ਼ਨ ਹੀ ਪਲੱਸ ਦਾ ਹੈਗਾ, 3 ਦੀ ਪਾਵਰ 2 ਕਰਨ ਤੇ 9 ਨਹੀਂ ਲਿਖਣਾ। 3 ਪਲੱਸ 3 ਕਿੰਨਾ ਹੁੰਦਾ ਜੀ 6, 6 ਨੂੰ 4 ਨਾਲ ਡਿਵਾਈਡ ਕਰੋਗੇ ਕਿੰਨਾ ਰਿਮਾਈਂਡਰ ਆਏਗਾ 2 ਆਏਗਾ। ਇੱਥੇ 2 ਲਿਖਣਾ ਹੈ ਜੀ, ਹਾਲੇ ਵੀ ਆਇਡੈਂਟੀ ਨਹੀਂ ਆਇਆ। 3 ਦੀ ਪਾਵਰ 3 ਕਰੋਗੇ, ਠੀਕ ਹੈ, ਕਿੰਨਾ ਆ ਜਾਏਗਾ 3 3 6 3 9 ਹੈ ਨਾ, 9 ਆ ਗਿਆ। ਤਾਂ 9 ਨੂੰ 4 ਨਾਲ ਡਿਵਾਈਡ ਕਰੋਗੇ, ਰਿਮਾਈਂਡਰ 1 ਆ ਗਿਆ, ਇੱਥੇ ਆਪਾਂ 1 ਲਿਖ ਦਾਂਗੇ। ਠੀਕ, 3 ਦੀ ਪਾਵਰ 4 ਕਰੋਗੇ, तीन तीन छह, छह तीन नौ, नौ तीन 12, ठीक है जी 12, 12 ਨੂੰ 4 ਨਾਲ ਡਿਵਾਈਡ ਕਰੋਗੇ, ਆ ਗਿਆ ਆਇਡੈਂਟੀ ਆ ਗਿਆ ਜੀ ਹਨਾ। ਤਾਂ ਇੱਥੋਂ ਸਮਝ ਆ ਰਿਹਾ ਹੈ ਬਈ 3 ਦਾ ਆਰਡਰ ਕਿੰਨਾ ਹੈਗਾ ਜੀ 4 ਹੈਗਾ ਜੀ, 3 ਦਾ ਆਰਡਰ ਕਿੰਨਾ ਹੈਗਾ ਜੀ 4 ਹੈਗਾ। ਮੈਂ ਡੱਬਾ ਬਣਾ ਦੇਣਾ, ਠੀਕ। ਤਾਂ ਜਦੋਂ ਤੁਸੀਂ 0 ਐਲੀਮੈਂਟ ਵਾਸਤੇ, 0 ਐਲੀਮੈਂਟ ਵਾਸਤੇ ਆਰਡਰ ਕਿੰਨਾ ਆ ਰਿਹਾ ਜੀ 1, 1 ਐਲੀਮੈਂਟ ਵਾਸਤੇ ਆਰਡਰ ਕਿੰਨਾ ਆਇਆ ਸੀ ਜੀ 4, ਠੀਕ ਹੈ ਜੀ। 2 ਐਲੀਮੈਂਟ ਵਾਸਤੇ ਆਰਡਰ ਕਿੰਨਾ ਆਇਆ ਸੀ 2, ਤੇ 3 ਐਲੀਮੈਂਟ ਵਾਸਤੇ ਆਰਡਰ ਕਿੰਨਾ ਆਇਆ ਜੀ 4, ਠੀਕ। ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ ਹੋਏਗਾ ਹੁਣ ਤੱਕ ਆਰਡਰ ਦਾ ਕੱਢਣ ਦਾ ਢੰਗ ਕੀ ਹੈਗਾ, ਠੀਕ ਹੈ ਜੀ। ਇਹਨੂੰ ਕਿਵੇਂ ਆਰਡਰ ਕੱਢਣਾ ਤੁਸੀਂ ਸਾਰਿਆਂ ਦਾ। ਤਾਂ ਇੱਕ ਲਾਸਟ
ਵੀਡੀਓ ਦਾ ਐਂਡ ਕਰਾਂਗੇ ਆ ਥਿਊਰਮ ਦਾ ਪ੍ਰੂਫ ਕਰਕੇ 2009 2016 ਦੇ ਵਿੱਚ ਆ ਚੁੱਕੇ ਬਹੁਤ ਹੀ ਇੰਪੋਰਟੈਂਟ ਰਿਜ਼ਲਟ ਹੈ ਤਾਂ ਇਹਨੂੰ ਤੁਸੀਂ ਯਾਦ ਵੀ ਰੱਖਣਾ ਹੈ ਇਹਦਾ ਪ੍ਰੂਫ ਵੀ ਯਾਦ ਰੱਖਣਾ ਕਿਉਂਕਿ ਥਿਊਰਮ ਇੰਪੋਰਟੈਂਟ ਹੈ ਕੀ ਕਹਿ ਰਿਹਾ ਲੈਟ G ਬੀ ਅ ਗਰੁੱਪ ਇੱਕ G ਗਰੁੱਪ ਲਵੋ A ਉਸ ਦਾ ਐਲੀਮੈਂਟ ਹੈ such that A ਦਾ ਆਰਡਰ n ਹੈਗਾ A ਦਾ ਆਰਡਰ n ਹੈਗਾ ਤਾਂ A ਦੀ ਪਾਵਰ m ਕਰਨ ਤੇ ਆਇਡੈਂਟੀ ਆਏਗਾ if and only if n divides m ਇਹਦਾ ਮਤਲਬ ਕੀ ਹੈਗਾ ਇਹ ਕੀ ਕਹਿਣਾ ਚਾਹ ਰਿਹਾ n divides m ਠੀਕ ਹੈ ਜੀ n divides m ਤਾਂ ਵਿੱਚ ਵਰਡ ਆ ਗਿਆ if and only if ਦੇ ਵਿੱਚ ਦੋ ਹਨਾ ਸਮਝ ਰਹੇ ਹੋ ਨਾ ਕਨਵਰਸ ਵੀ ਪ੍ਰੂਫ ਕਰਨਾ ਪੈਣਾ if and only if ਆ ਗਿਆ ਹਨਾ ਤਾਂ ਆਪਾਂ ਇੱਥੇ ਕੀ ਕਰਨੇ ਆ ਜੀ ਸਭ ਤੋਂ ਪਹਿਲਾਂ ਲੈਟ ਕਰ ਲੈਣੇ ਆ ਕੀ ਲੈਟ ਕਰ ਲੈਣੇ ਆ a raised to power m ਕੀ ਹੈਗਾ ਆਇਡੈਂਟੀ ਤਾਂ ਆਪਾਂ 2 ਪ੍ਰੂਫ ਕੀ ਕਰਨਾ 2 ਪ੍ਰੂਫ ਕੀ ਕਰਨਾ ਆਪਾਂ n divides m n ਜਿਹੜਾ ਹੈਗਾ m ਨੂੰ ਕੀ ਕਰਦਾ ਹੈ ਡਿਵਾਈਡ ਕਰਦਾ ਹੈ ਦੇਖੋ ਜਦੋਂ ਇੱਕ ਨੰਬਰ ਦੂਜੇ ਨੰਬਰ ਨੂੰ ਡਿਵਾਈਡ ਕਰੇਗਾ ਕੁਛ ਨਾ ਕੁਛ ਕੋਸ਼ੈਂਟ ਆਏਗਾ ਤੇ ਕੁਛ ਨਾ ਕੁਛ ਕੀ ਆਏਗਾ ਰਿਮਾਈਂਡਰ ਆਏਗਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਨਾਲ ਸਮਝਾਣਾ ਸਪੋਜ਼ ਆਪਣੇ ਕੋਲ ਹੈਗਾ 12 5 12 ਨੂੰ ਡਿਵਾਈਡ ਕਰੇਗਾ 5 दूनी 10 ਠੀਕ ਹੈ ਚਲੋ ਤੁਸੀਂ 13 ਲੈ ਲਓ ਇੱਥੇ ਰਿਮਾਈਂਡਰ ਕਿੰਨਾ ਬਚੇਗਾ 3 ਹੁਣ 13 ਨੂੰ ਕੀ ਲਿਖਿਆ ਜਾ ਸਕਦਾ ਹੈ ਇਹਨਾਂ ਦੋਨਾਂ ਦੀ गुना 5 गुना 2 करांगे 10 आ जाएगा प्लस रिमाइंडर 13 ਨੂੰ ਕੀ ਲਿਖਿਆ ਜਾ ਸਕਦਾ ਹੈ 5 गुना 2 10 प्लस 3 रिमाइंडर ठीक है ਤਾਂ ਇੱਥੇ ਤੁਸੀਂ ਬੜਾ ਹੀ ਸੌਖਾ ਪ੍ਰੂਫ ਹੈ ਤੁਸੀਂ ਕੀ ਕਹਿਣਾ ਹੈ ਬਾय डिवीजन एल्गोरिथम m ਨੂੰ ਕੀ ਲਿਖਿਆ ਜਾ ਸਕਦਾ ਹੈ m ਨੂੰ ਲਿਖਿਆ ਜਾ ਸਕਦਾ ਹੈ ਇਹਨਾਂ ਦੋਨਾਂ ਦੀ ਮਲਟੀਪਲੀਕੇਸ਼ਨ nq प्लस ਕੀ ਆ ਜਾਏਗਾ ਰਿਮਾਈਂਡਰ ਇਹ ਜਿਹੜਾ ਰਿਮਾਈਂਡਰ ਹੈਗਾ ਨਾ ਰਿਮਾਈਂਡਰ ਸ਼ੇਸ਼ ਫਲ ਇਹ 0 ਤੋਂ ਲੈ ਕੇ ਜਿੰਦੇ ਨਾਲ ਡਿਵਾਈਡ ਕੀਤਾ ਹੈ n ਤੱਕ ਇੰਨਾ ਹੋ ਸਕਦਾ ਹੈ ਠੀਕ ਹੈ ਇਸ ਦੇ ਵਿੱਚ ਹੋ ਸਕਦਾ ਹੈ r ਜਿਹੜਾ ਹੈਗਾ 0 ਤੋਂ ਲੈ ਕੇ n ਦੇ ਵਿੱਚ ਹੋ ਸਕਦਾ ਹੈ ਘੱਟ ਤੋਂ ਘੱਟ 0 ਹੋ ਸਕਦਾ ਹੈ ਠੀਕ ਘੱਟ ਤੋਂ ਘੱਟ ਕੀ ਹੋ ਸਕਦਾ ਹੈ 0 ਹੋ ਸਕਦਾ ਹੈ आई होप इत्थों तक तुहानू समझ आ गया होएगा ठीक है तो मैं इनू स्टैप 1 नाम दे रहा स्टैप 1 स्टैप 2 दे विच वेखो अगले पेज ते चलने देखो आपां आइडेंटिटी a दी पावर m करन दे की आ रहा आइडेंटिटी है ना m किंदे इक्वल आ गया n q प्लस r वो मैं तुहानू दस दिता क्यों आया क्योंकि n ने जो m ਨੂੰ डिवाइड किया कुछ ना कुछ कोशेंट आएगा कुछ ना कुछ की आएगा रिमाइंडर आएगा ठीक है तो इनू आप m ਨੂੰ की लिख सकते हैं n ते q की गुना प्लस r रिमाइंडर ठीक है जी हुण इहदे विचों n q वखरा कर लो r वखरा कर लो जी ठीक है जी a दी पावर n इदा लिख लो ब्रैकेट दे विच बाहर क्यू लिख लो जी बाहर क्यू लिख लो हुण मैं तुहानू दस दवां आपां नू स्टेटमेंट दे विच ए दा ऑर्डर कितना दिता होया जी n स्टेटमेंट दे विच ए दा ऑर्डर कितना दिता है n इहदा मतलब की a दी पावर n करन ते की आवेगा जी आइडेंटिटी आएगा है ना इत्थे आइडेंटिटी आ जाएगा तो ई दी पावर क्यू आइडेंटिटी दी पावर जो मर्जी कर लो आइडेंटिटी ही रहेगा तो इत्थे बचेगा तुहाडे कोल ए दी पावर आर ठीक है नाउ ए दी पावर आर करन ते की आ रहा आइडेंटिटी बट आर जिहड़ा हैगा ना आर वो n तो घट है ठीक है वेयर ऑर्डर ऑफ ए की हैगा n हैगा तो याद करो मैं तुहानू वीडियो दे स्टार्टिंग दे विच रिमार्क लिखवाए सी 4-5 रिमार्क लिखवाए सी ठीक है तो ये उन्हां विचों एक रिमार्क है
ਤਾਂ ਵੀਡੀਓ ਸਟਾਰਟਿੰਗ ਤੋਂ ਤੁਸੀਂ ਦੇਖੋ ਤਾਂ ਤੁਹਾਨੂੰ ਪਤਾ ਚੱਲੇਗਾ। ਉਹ ਰਿਮਾਰਕ ਦੇ ਵਿੱਚ ਮੈਂ ਦੱਸਿਆ ਸੀ ਇੱਥੇ r ਫਿਰ ਕੀ ਲੈ ਲੈਣਾ ਹੈ, r ਕੀ ਲੈ ਲੈਣਾ ਹੈ ਜੀ 0। ਠੀਕ ਹੈ ਜੀ, ਵੀਡੀਓ ਸਟਾਰਟਿੰਗ 'ਚ ਜਰੂਰ ਦੇਖਿਆ ਜੇ, ਤੁਹਾਨੂੰ ਸਮਝ ਆ ਜਾਏਗਾ। ਕਿਉਂਕਿ a ਦਾ ਆਰਡਰ ਹੀ ਕੀ ਹੈਗਾ n, ਤਾਂ n ਤੋਂ ਘੱਟ ਪਾਵਰ ਉਹਨੂੰ ਆਇਡੈਂਟੀ ਪੋਜ਼ਿਟਿਵ ਇੰਟੀਜ਼ਰ ਪਾਵਰ ਤਾਂ ਆਇਡੈਂਟੀ ਨਹੀਂ ਬਣਾ ਸਕਦੀ। ਇੱਕੋ ਇੱਕ ਆਪਸ਼ਨ ਬਚੀ, r ਕੀ ਹੋ ਸਕਦਾ ਹੈ ਜੀ 0, r ਕੀ ਹੋ ਸਕਦਾ ਹੈ 0। ਠੀਕ ਹੈ ਜੀ, ਵੀਡੀਓ ਰਿਵਾਈਂਡ ਕਰਕੇ ਦੇਖੋ ਤੁਹਾਨੂੰ ਸਮਝ ਆ ਜਾਏਗਾ। ਠੀਕ ਹੈ, ਆਪਾਂ ਅੱਗੇ ਚੱਲਦੇ ਆ। r 0 ਆ ਗਿਆ, r ਕੀ ਆ ਗਿਆ ਜੀ 0 ਆ ਗਿਆ। ਸੋ देयरफॉर m ਕਿੰਦੇ ਇਕੁਅਲ ਸੀ nq plus r, r ਦੀ ਵੈਲਿਊ ਤਾਂ ਆ ਗਈ ਜੀ 0। m ਨੂੰ ਕੀ ਲਿਖਿਆ ਜਾ ਰਿਹਾ ਜੀ nq, ਵੇਅਰ q ਕੀ ਹੈਗਾ ਜੀ q is a ਪੋਜ਼ਿਟਿਵ ਇੰਟੀਜ਼ਰ। ਸੋ देयरफॉर ਹੈ ਨਾ, ਕੀ ਸਮਝ ਆ ਰਿਹਾ ਵੀ n ਨੇ m ਨੂੰ ਕੀ ਕਰਤਾ ਜੀ ਡਿਵਾਈਡ ਕਰਤਾ। n ਜਿਹੜਾ ਹੈਗਾ ਉਹ ਫੈਕਟਰ ਹੈ, n ਕੀ ਹੈਗਾ m ਦਾ ਫੈਕਟਰ ਹੈ, ਔਰ ਵੀ ਕੈਨ ਸੇ n divides m, ਮਤਲਬ n ਨੇ ਸਿੱਧੀ ਲਾਈਨ ਮਾਰਨੀ, ਸਿੱਧੀ ਲਾਈਨ। ਠੀਕ ਹੈ, n ਨੇ m ਨੂੰ ਡਿਵਾਈਡ ਕਰਤਾ। ਠੀਕ ਹੈ ਜੀ, ਸੈਕਿੰਡ ਪਾਰਟ ਦੇਖੋ। ਸੈਕਿੰਡ ਪਾਰਟ ਦੇ ਵਿੱਚ ਅਸੀਂ ਕੀ ਮੰਨ ਲਾਂਗੇ, ਲੈਟ n divides m। ਮੈਂ ਲਾਈਨ ਖਿੱਚਣ ਲੱਗਿਆ, ਪੇਪਰ ਦੇ ਵਿੱਚ ਲਾਈਨ ਨਾ ਖਿੱਚਿਆ ਜੇ। ਠੀਕ ਹੈ ਜੀ, ਸੈਕਿੰਡ ਪਾਰਟ ਦੇ ਵਿੱਚ ਕੀ ਆਪਾਂ ਲੈ ਰਹੇ ਹਾਂ, ਲੈਟ n divides m। ਠੀਕ ਹੈ, ਇਹਦਾ ਮਤਲਬ ਕੀ ਹੈਗਾ, ਜਿਹੜਾ n ਹੈਗਾ ਉਹ ਫੈਕਟਰ ਹੈਗਾ ਕਿੰਦਾ, m ਦਾ ਫੈਕਟਰ ਹੈਗਾ, ਤਾਂ ਫਿਰ m ਨੂੰ ਕੀ ਲਿਖਿਆ ਜਾ ਸਕਦਾ ਹੈ nq। ਠੀਕ ਹੈ, ਨਾਓ a ਦੀ ਪਾਵਰ m। ਠੀਕ ਹੈ, ਸੈਕਿੰਡ ਪਾਰਟ ਦੇ ਵਿੱਚ ਆਪਾਂ ਟੂ ਸ਼ੋ ਕੀ ਕਰਨਾ। ਠੀਕ ਹੈ, ਸੈਕਿੰਡ ਪਾਰਟ ਦੇ ਵਿੱਚ ਆਪਾਂ ਕਲੇਮ ਕੀ ਕਰਨਾ, ਟੂ ਪ੍ਰੂਵ ਕੀ ਕਰਨਾ ਹੈ, a ਦੀ ਪਾਵਰ m ਕਰਨ ਤੇ ਆਇਡੈਂਟੀ ਆ ਜਾਏਗਾ। ਦੇਖੋ ਲੈਫਟ ਹੈਂਡ ਸਾਈਡ ਲੈ ਲਓ, a ਦੀ ਪਾਵਰ m, a ਦੀ ਪਾਵਰ m, m ਦੀ ਵੈਲਿਊ ਪਤਾ ਹੈ ਤੁਹਾਨੂੰ, m ਦੀ ਵੈਲਿਊ ਪਤਾ ਹੈ ਬਿਲਕੁਲ nq, nq, n ਅੰਦਰ ਰੱਖ ਲਓ, q ਬਾਹਰ ਰੱਖ ਲਓ ਜੀ, ਹਨਾ। ਹੁਣ a ਦੀ ਪਾਵਰ n ਕੀ ਹੁੰਦਾ ਹੈ ਜੀ ਆਇਡੈਂਟੀ। ਇਹਦਾ ਕਾਰਨ ਕੀ ਹੈ, ਕਿਉਂਕਿ a ਦਾ ਆਰਡਰ ਕੀ ਹੈਗਾ n ਹੈਗਾ। ਠੀਕ ਹੈ, a ਦਾ ਆਰਡਰ n ਹੈ, ਤਾਂ ਕਰਕੇ a ਦੀ ਪਾਵਰ n ਕਰਨ ਤੇ ਤਾਂ ਆਇਡੈਂਟੀ ਆਵੇਗਾ ਹੀ ਆਵੇਗਾ। ਡੈਫੀਨੇਸ਼ਨ ਕਹਿੰਦੀ ਹੈ, ਡੈਫੀਨੇਸ਼ਨ ਕਹਿੰਦੀ ਹੈ। ਠੀਕ ਹੈ ਜੀ, ਇਹ ਆ ਗਈ ਤੁਹਾਡੀ ਰਾਈਟ ਹੈਂਡ ਸਾਈਡ। ਇਹ ਹੋ ਗਿਆ ਜੀ ਹੈਂਸ ਪ੍ਰੂਵਡ, ਹੈਂਸ ਪ੍ਰੂਵ। ਠੀਕ ਹੈ ਜੀ, ਕਹਿੰਦੇ ਤਾਂ ਮੈਂ ਇੱਕ ਵਾਰ ਰਿਪੀਟ ਕਰ ਦਿੰਦਾ, ਕੋਈ ਔਖੀ ਗੱਲ ਨਹੀਂ ਹੈਗੀ। ਇਸ ਥਿਊਰਮ ਨੂੰ ਸਮਝਣਾ ਕੋਈ ਔਖੀ ਗੱਲ ਨਹੀਂ ਹੈਗੀ। ਕੀ ਕਹਿ ਰਿਹਾ ਵੀ ਅਗਰ ਕੋਈ G ਗਰੁੱਪ ਹੈਗਾ, A ਉਹਦਾ ਐਲੀਮੈਂਟ ਹੈ, A ਦਾ ਆਰਡਰ n ਹੈਗਾ, ਤਾਂ A ਦੀ ਪਾਵਰ m ਕਰਨ ਤੇ ਆਇਡੈਂਟੀ ਆਇਆ, ਤਾਂ ਪੱਕੀ ਗੱਲ ਹੈ n m ਨੂੰ ਡਿਵਾਈਡ ਕਰੇਗਾ। ਉਲਟਾ ਵੀ ਟਰੂ ਹੈ, ਅਗਰ n ਡਿਵਾਈਡ ਕਰ ਰਹੇ ਆ m ਨੂੰ, ਤਾਂ a ਦੀ ਪਾਵਰ m ਕਰਨ ਤੇ ਆਇਡੈਂਟੀ ਆਵੇਗਾ ਹੀ ਆਵੇਗਾ। ਤਾਂ ਆਪਾਂ ਪਹਿਲਾਂ ਮੰਨ ਲਿਆ ਲੈਟ a ਦੀ ਪਾਵਰ m ਕਰਨ ਤੇ ਆਇਡੈਂਟੀ ਆ ਰਿਹਾ। ਟੂ ਪ੍ਰੂਵ ਕੀ ਕਰਾਂਗੇ, n ਡਿਵਾਈਡਸ m। ਠੀਕ ਹੈ, n ਡਿਵਾਈਡਸ m। ਤਾਂ ਅਗਰ n m ਨੂੰ ਆਪਾਂ ਜੇ ਡਿਵਾਈਡ ਕਰਨਾ ਚਾਹੀਏ, ਦੇਖੋ ਇੱਥੇ ਡਿਵਾਈਡ ਦਾ ਮਤਲਬ ਕੀ ਹੁੰਦਾ ਹੈ, ਇੱਥੇ ਮੈਂ ਉਹਦਾ ਫੈਕਟਰ ਬਣੇ, ਉਹਦਾ ਫੈਕਟਰ ਬਣੇ, ਰਿਮਾਈਂਡਰ 0 ਆਵੇ। ਤਾਂ ਸਟਾਰਟਿੰਗ ਦੇ ਵਿੱਚ ਅਸੀਂ ਰਿਮਾਈਂਡਰ r ਮੰਨ ਕੇ ਚੱਲੇ ਆ, ਸਟਾਰਟਿੰਗ ਦੇ ਵਿੱਚ ਅਸੀਂ ਰਿਮਾਈਂਡਰ r ਮੰਨ ਕੇ ਚੱਲੇ ਆ। ਠੀਕ ਹੈ ਜੀ, ਤਾਂ m ਨੂੰ ਕੀ ਲਿਖਿਆ ਜਾ ਸਕਦਾ ਹੈ nq plus r। r ਕੀ ਹੈਗਾ ਉਹ n ਤੋਂ ਘੱਟ ਹੋਵੇਗਾ, ਰਿਮਾਈਂਡਰ ਹੈ ਨਾ, ਤਾਂ ਘੱਟ ਤੋਂ ਘੱਟ 0 ਹੋ ਸਕਦਾ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਕੀ ਹੈਗਾ ਜੀ, a ਦੀ ਪਾਵਰ m ਕਰਨ ਤੇ ਆਇਡੈਂਟੀ, ਇਹ ਅਸੀਂ ਮੰਨਿਆ ਆਦੇ ਵੱਲੋਂ, ਹਨਾ। m ਦੀ ਵੈਲਿਊ nq plus r, nq ਵੱਖਰਾ ਕਰ ਲਓ, a ਦੀ ਪਾਵਰ n ਆਇਡੈਂਟੀ ਹੁੰਦੀ ਹੈ, ਕਿਉਂਕਿ a ਦਾ ਆਰਡਰ ਹੀ ਕੀ ਹੈਗਾ n ਹੈਗਾ। ਤਾਂ ਆ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਰਿਜ਼ਲਟ ਦੱਸਤਾ ਸੀ, a ਦੀ ਪਾਵਰ r ਕਰਨ ਤੇ ਜੇ ਆਇਡੈਂਟੀ ਆਇਆ ਤਾਂ r 0 ਲਿਖ ਦਿਆ ਜੇ ਚੁੱਪਚਾਪ, ਬਿਨਾਂ ਰੌਲਾ ਪਾਏ। ਵੇਰ r ਕੀ ਹੋਣਾ ਚਾਹੀਦਾ, n ਤੋਂ ਘੱਟ ਹੋਣਾ ਚਾਹੀਦਾ ਹੈ। ਠੀਕ ਹੈ, ਤਾਂ r 0 ਆ ਗਿਆ ਤਾਂ ਬਸ ਪਹਿਲਾ ਪਾਰਟ ਲਗਭਗ ਖਤਮ ਹੈ, ਕਿਉਂਕਿ r 0 ਆ ਗਿਆ। m ਨੂੰ ਅਸੀਂ ਲਿਖ ਸਕਦੇ ਹਾਂ ਇਕੁਅਲ ਟੂ nq, ਤੇ ਅਸੀਂ ਕਹਿ ਸਕਦੇ ਹਾਂ n ਕੀ ਹੈਗਾ m ਦਾ ਫੈਕਟਰ ਹੈ, ਜਾਂ ਕਹਿ ਸਕਦੇ ਹਾਂ n ਡਿਵਾਈਡਸ m।
ਸੈਕਿੰਡ ਪਾਰਟ ਚ ਦੇਖੋ ਜੀ, ਅਗਰ nm ਨੂੰ ਡਿਵਾਈਡ ਕਰਦਾ ਹੈ, nm ਦਾ ਫੈਕਟਰ ਹੈਗਾ, m ਨੂੰ ਕੀ ਲਿਖਿਆ ਜਾ ਸਕਦਾ ਹੈ, nq ਲਿਖਿਆ ਜਾ ਸਕਦਾ ਹੈ। ਤਾਂ ਕਲੇਮ ਕੀ ਕਰਨਾ ਹੈ ਸੈਕਿੰਡ ਪਾਰਟ ਦੇ ਵਿੱਚ, a ਦੀ ਪਾਵਰ m ਕਰਨ ਤੇ ਆਇਡੈਂਟੀ ਆਵੇਗਾ। ਤਾਂ a ਦੀ ਪਾਵਰ m ਤੋਂ ਸ਼ੁਰੂ ਹੋ ਜਾਓ, m ਨੂੰ ਕੀ ਲਿਖ ਸਕਦੇ ਆ, nq, n ਅੰਦਰ ਰੱਖ ਲਓ a ਦੀ ਪਾਵਰ n, q ਬਾਹਰ ਰੱਖ ਲਓ, ਹਨਾ। ਤਾਂ a ਦੀ ਪਾਵਰ n ਕੀ ਹੋਏਗਾ, ਆਇਡੈਂਟੀ ਹੋਏਗਾ। ਇਹਨਾਂ ਤਾਂ ਤੁਹਾਡੇ ਦਿਮਾਗ 'ਚ ਕਲਿੱਕ ਕਰਨਾ ਹੀ ਚਾਹੀਦਾ ਵੀ a ਦਾ ਆਰਡਰ n ਹੈਗਾ, ਤਾਂ a ਦੀ ਪਾਵਰ n ਕਰਨ ਤੇ ਆਇਡੈਂਟੀ ਆਵੇਗਾ। ਆਇਡੈਂਟੀ ਦੀ ਪਾਵਰ ਜੋ ਮਰਜ਼ੀ ਕਰ ਲਓ, ਆਇਡੈਂਟੀ ਹੀ ਰਹੇਗਾ। ਰਾਈਟ ਹੈਂਡ ਸਾਈਡ ਆ ਗਈ, ਹੈਂਸ ਫੂਡ ਹੋ ਗਿਆ, ਬੱਲੇ ਬੱਲੇ ਹੋ ਗਈ, ਸ਼ਾਵਾ ਸ਼ਾਵਾ ਹੋ ਗਿਆ ਜੀ। ਠੀਕ ਹੈ ਜੀ। ਚਲੋ ਇਸੇ ਦੇ ਨਾਲ ਤੁਹਾਡੇ ਤੋਂ ਵਿਦਾਇਗੀ ਚਾਹਾਂਗੇ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ, ਠੀਕ ਹੈ ਜੀ, ਮੈਂ ਮੰਨਣਾ ਤੁਹਾਡੀ ਗੱਲ, ਮੈਂ ਬਿਲਕੁਲ ਮੰਨਣਾ ਵੀ ਅਲਜਬਰਾ ਨੂੰ ਥੋੜਾ ਜਿਹਾ ਸਮਝਣਾ ਔਖਾ ਹੈ, ਪਰ ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ, ਮਿਹਨਤ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ। ਸ਼ਰਤ ਇਹ ਹੈਗੀ ਹੈ, ਤੁਸੀਂ ਆਪਣੀ ਕੰਸਿਸਟੈਂਸੀ ਬਣਾ ਕੇ ਰੱਖੋ, ਕੰਸਿਸਟੈਂਸੀ ਬਣਾ ਕੇ ਰੱਖੋ ਜੀ। ਲਗਾਤਾਰ ਇੱਕ ਮਿਹਨਤ ਤੁਹਾਡੇ ਡੇਲੀ, ਤੁਸੀਂ ਆਪਣੇ ਵੱਲੋਂ ਇਹਦੇ ਤੇ ਮਿਹਨਤ ਕਰੋ। ਠੀਕ ਹੈ, ਬੇਸ਼ਰਤੇ ਤੁਹਾਨੂੰ ਸਕਸੈਸ ਮਿਲੇਗੀ ਮਿਲੇਗੀ, ਬਸ਼ਰਤੇ ਤੁਸੀਂ ਆਪਣੀ ਕੰਸਿਸਟੈਂਸੀ ਬਣਾ ਕੇ ਰੱਖੋ। ਠੀਕ ਹੈ ਜੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ, ਲਾਈਕ ਕਰ ਦਿਓ ਜੀ, ਸਬਸਕ੍ਰਾਈਬ ਕਰ ਦਿਓ ਸਾਡਾ ਚੈਨਲ ਜੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ। ਜੋ ਵੀਡੀਓ ਦੇ ਵਿੱਚ ਇੱਕ ਦੋ ਕੁਐਸਚਨਸ ਪੁੱਛੇ ਨੇ, ਉਹਨਾਂ ਦੇ ਆਨਸਰ ਤੁਸੀਂ ਕਮੈਂਟ ਬਾਕਸ 'ਚ ਦੇ ਸਕਦੇ ਹੋ। ਬਾਕੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ, ਤੇ ਮਿਹਨਤ ਕਰੋ। ਕੁਛ ਵੀ ਹੋ ਸਕਦਾ, ਮਿਹਨਤ ਕਰਨ ਨਾਲ ਕੁਛ ਵੀ ਹੋ ਸਕਦਾ। ਪਰਮਾਤਮਾ ਰੰਗ ਭਾਗ ਲਾਵੇਗਾ, ਤੁਹਾਨੂੰ ਅਲਜਬਰਾ ਦੇ ਪੇਪਰ 'ਚ ਸਿਰੇ ਲਾਵੇਗਾ, ਹਨਾ, ਤੁਹਾਡਾ ਸਿਰਾ ਲਾ ਦੇਗਾ ਜੀ, ਬੱਲੇ ਬੱਲੇ ਕਰਾ ਦੇਗਾ ਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ।